ਪਗ ਪੰਕਜ ਬੰਦਨ, ਪਗ ਪੰਕਜ ਬੰਦਨ। ਸਿਮਰੋ ਅੰਗਦ ਦੋਖ ਨਿਕੰਦਨ, ਅਮਰਦਾਸ ਗੁਰ ਹਿਰਦੈ ਧਿਆਵੋ, ਹਿਰਦੈ ਧਿਆਵੋ। ਸ਼੍ਰੀ ਗੁਰੂ ਰਾਮਦਾਸ ਗੁਣ ਗਾਵੋ, ਸ੍ਰੀ ਅਰਜਨ ਬਿਘਨਨ ਕੇ ਨਾਸਕ, ਬਿਘਨਨ ਕੇ ਨਾਸਕ। ਸ਼੍ਰੀ ਹਰਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ, ਸ੍ਰੀ ਹਰਿ ਰਾਇ ਨਮੋ ਕਰ ਜੋਰੀ, ਨਮੋ ਕਰ ਜੋਰੀ। ਗੁਰੂ ਹਰਿ ਕ੍ਰਿਸ਼ਨ ਮਨਾਏ ਬਹੋਰੀ, ਗੁਰੂ ਤੇਗ ਬਹਾਦੁਰ ਪਰਮ ਕਿਰਪਾਲਾ, ਪਰਮ ਕਿਰਪਾਲਾ। ਸ੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ, ਧਰੋਂ ਧਰਾ ਪਰ ਪੁੰਨ ਪੁੰਨ ਸੀਸਾ, ਪੁੰਨ ਪੁੰਨ ਸੀਸਾ। ਬੰਦੋਂ ਬਾਰ ਬਾਰ ਜਗਦੀਸ਼ਾ, ਜਿਸ ਮਹਿ ਅੰਮ੍ਰਿਤ ਗਿਆਨ ਹੈ, ਮਾਣਕ ਭਗਤ ਬੈਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ। ਏਕ ਓੰਕਾਰਾ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸ਼ਨ ਸੋਏ। ਸਤਨਾਮ ਸ੍ਰੀ ਵਾਹਿਗੁਰੂ ਜੀ। ਚੌਪਈ। ਕਰਤਿਓ ਸੇਵਾ ਸਮਾਂ ਬਿਤਾਵਹਿ, ਜਗ ਕਾਰਜ ਕੋ ਹਿਰਦੈ ਨ ਆਵਹਿ। ਇਸ ਵਿਦ ਬਾਸੁਰ ਕਿਤੇ ਬਿਤਾਏ, ਚਰਨ ਕਮਲ ਮਨ ਭੌਰ ਲੋਭਾਏ। ਕਰਤਿਓ ਸੇਵਾ ਸਮਾਂ ਬਿਤਾਵਹਿ। ਸੱਚੇ ਪਾਤਸ਼ਾਹ, ਗਰੀਬ ਨਵਾਜ, ਦੀਨ ਦੁਨੀਆ ਦੇ ਮਾਲਕ, ਚਵਰ ਛਤਰ ਤਖਤ ਦੇ ਮਾਲਕ, ਸਮਰੱਥ ਗੁਰੂ, ਪ੍ਰਤੱਖ ਗੁਰੂ, ਦੀਨ ਦਿਆਲ, ਕਿਰਪਾਲ, ਅੰਤਰਜਾਮੀ, ਪੂਰਨ ਪਾਰ ਬ੍ਰਹਮ ਪਰਮੇਸ਼ਰ। ਵਾਹਿਗੁਰੂ ਅਕਾਲ ਪੁਰਖ ਸਵਰੂਪ ਸੱਚੇ ਪਾਤਸ਼ਾਹ ਦਾਸਾਂ, ਗਰੀਬਾਂ, ਸਿੱਖਾਂ, ਸੇਵਕਾਂ ਦੇ ਉੱਤੇ ਸਦਾ ਹੀ ਕਿਰਪਾ ਕਰਨ ਵਾਲੇ, ਦਇਆ ਕਰਨ ਵਾਲੇ, ਰਹਿਮਤਾਂ ਕਰਨ ਵਾਲੇ, ਬਖਸ਼ਿਸ਼ਾਂ ਕਰਨ ਵਾਲੇ, ਧੰਨ ਧੰਨ ਅੰਤਰਜਾਮੀ ਸੱਚੇ ਪਾਤਸ਼ਾਹ ਗਰੀਬ ਨਵਾਜ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਬੜੇ ਹੀ ਪਿਆਰ ਦੇ ਨਾਲ ਸਾਰੀਆਂ ਸਿੱਖ ਸੰਗਤਾਂ ਦੋਵੇਂ ਹੱਥ ਜੋੜ ਕੇ ਗੱਜ ਕੇ ਆਖੋ ਜੀ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਵਿੱਤਰ ਪਾਵਨ ਹਾਜ਼ਰੀ ਵਿਖੇ ਸੁਭਾਏਮਾਨ ਸੰਗਤ ਜੀ, ਆਪ ਜੀ ਬੜੇ ਹੀ ਪਿਆਰ ਨਾਲ ਸਤਿਗੁਰੂ ਜੀ ਦੀ ਪਵਿੱਤਰ ਪਾਵਨ ਹਾਜ਼ਰੀ ਵਿੱਚ ਸੱਜ ਕੇ ਗੁਰਬਾਣੀ ਦਾ ਪਾਠ ਕੀਰਤਨ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਨਾਲ ਕਿਰਪਾ ਦੇ ਨਾਲ ਆਪ ਜੀ ਸਰਵਣ ਕਰ ਰਹੇ ਸੀ, ਕੀਤਾ ਹੈ। ਆਓ ਬੜੇ ਹੀ ਪਿਆਰ ਦੇ ਨਾਲ ਸਾਰੀ ਸੰਗਤ ਸਤਿਗੁਰੂ ਜੀ ਵੱਲੋਂ ਬਖਸ਼ੀ ਹੋਈ ਫਤਿਹ
ਉਸ ਦੀ ਸਾਂਝ ਪਾਈਏ। ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਸੱਚੇ ਪਾਤਸ਼ਾਹ ਗਰੀਬ ਨਵਾਜ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੀ ਪਵਿੱਤਰ ਪਾਵਨ ਕਥਾ ਆਪ ਜੀ ਸਿੱਖ ਸੰਗਤਾਂ ਬੜੇ ਹੀ ਪਿਆਰ ਦੇ ਨਾਲ ਸਰਵਣ ਕਰਦੇ ਹੋ। ਸੱਚੇ ਪਾਤਸ਼ਾਹ ਮਹਾਰਾਜ ਸ੍ਰੀ ਕਰਤਾਰਪੁਰ ਸਾਹਿਬ ਜੀ ਦੀ ਮਹਾਨ ਪਵਿੱਤਰ ਪਾਵਨ ਧਰਤੀ ਵਿਖੇ ਸੁਭਾਏਮਾਨ ਹਨ। ਸੱਚੇ ਪਾਤਸ਼ਾਹ ਗਰੀਬ ਨਵਾਜ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਤਿੰਨਾਂ ਦੀ ਪਵਿੱਤਰ ਹਜ਼ੂਰੀ ਵਿੱਚ ਭਾਈ ਸਾਹਿਬ ਭਾਈ ਲਹਿਣਾ ਜੀ, ਜਿਨ੍ਹਾਂ ਨੇ ਅੱਗੇ ਜਾ ਕੇ ਧੰਨ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਰੂਪ ਵਿੱਚ ਗੁਰਤਾ ਗੱਦੀ 'ਤੇ ਸੱਜਣਾ ਕੀਤਾ, ਉਹ ਭਾਈ ਲਹਿਣਾ ਜੀ ਸੇਵਾ ਕਰ ਰਹੇ ਹਨ। ਸੇਵਾ ਇੰਨੇ ਜ਼ਿਆਦਾ ਪਿਆਰ ਦੇ ਨਾਲ ਕਰ ਰਹੇ ਹਨ ਜਿਸ ਦਾ ਕੋਈ ਹਿਸਾਬ ਕਿਤਾਬ ਨਹੀਂ ਲਾਇਆ ਜਾ ਸਕਦਾ ਜੀ। ਮਹਾਰਾਜ ਗਰੀਬ ਨਵਾਜ ਜੀ ਦੀ ਸੇਵਾ ਕਰਦਿਆਂ ਕਰਦਿਆਂ ਲੰਮਾ ਸਮਾਂ ਲੰਘ ਗਿਆ। ਜਿਹੜਾ ਬੰਦਾ ਸੱਚੇ ਦਿਲੋਂ ਸੱਚੇ ਮਨੋਂ ਸੇਵਾ ਕਰੇ ਨਾ ਜੀ, ਉਹਨੂੰ ਬਹੁਤ ਕੁਝ ਆਪੇ ਹੀ ਨਜ਼ਰ ਆਉਣ ਲੱਗ ਪੈਂਦਾ ਹੈ। ਭਾਈ ਲਹਿਣਾ ਜੀ ਕੀ ਦੇਖਦੇ ਆ, ਇੱਕ ਦਿਨ ਮਹਾਰਾਜ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਦੇ ਚਰਨ ਆ ਕੇ ਇੱਕ ਬੀਬੀ ਸੇਵ ਰਹੀ ਹੈ। ਉਹਦੇ ਲਾਲ ਰੰਗ ਦੇ ਕੱਪੜੇ ਪਾਏ ਹੈ, ਗਹਿਣੇ ਪਾਏ ਹੈ, ਹੀਰੇ ਪਾਏ ਹੈ। ਉਹ ਨਮਸਕਾਰ ਕਰਕੇ ਚਲੇ ਗਈ। ਸੱਚੇ ਪਾਤਸ਼ਾਹ ਨੂੰ ਭਾਈ ਲਹਿਣਾ ਜੀ ਨੇ ਹੱਥ ਜੋੜ ਕੇ ਬੇਨਤੀ ਕੀਤੀ, ਮਹਾਰਾਜ ਉਹ ਕੌਣ ਸੀ? ਸਤਿਗੁਰੂ ਕਹਿਣ ਲੱਗੇ, ਲਹਿਣਾ ਜੀ ਤੁਹਾਡੇ 'ਤੇ ਰੱਬ ਦੀ ਵਿਸ਼ੇਸ਼ ਕਿਰਪਾ ਤਾਂ ਤੁਹਾਨੂੰ ਇਹ ਸਾਰਾ ਕੁਝ ਵਿਖਿਆ। ਉਹ ਕੋਈ ਹੋਰ ਨਹੀਂ ਸੀ, ਉਹ ਉਹੋ ਹੀ ਹੈ ਜਿਹਨੇ ਤਿੰਨੋਂ ਲੋਕਾਂ ਨੂੰ ਭਰਮਾਇਆ ਹੋਇਆ। ਉਹ ਮਾਇਆ। ਮਹਾਰਾਜ ਕਹਿਣ ਲੱਗੇ ਇਹ ਆ ਕੇ ਸਾਡੀ ਦਾਸੀ ਬਣੀ ਹੈ, ਸੇਵਕ ਬਣ ਕੇ ਸੇਵਾ ਕਰਨੀ ਚਾਹੁੰਦੀ ਹੈ। ਅਜੇ 12 ਕੋ ਦੂਰ ਹੈ, ਫਿਰ ਦੂਜੇ ਜਾਮੇ 'ਚ 6 ਕੋ ਦੂਰੀ 'ਤੇ ਰਹੇਗੀ, ਤੀਜੇ ਜਾਮੇ ਵਿੱਚ ਸਾਡੇ ਦਰਵਾਜ਼ੇ 'ਤੇ ਆ ਜਾਏਗੀ, ਚੌਥੇ ਜਾਮੇ ਵਿੱਚ ਚਰਨੀ ਲਾ ਲਵਾਂਗੇ, ਪਰ ਉਹ ਵੀ ਸੇਵਾ ਹੀ ਕਰੇਗੀ। ਮਹਾਰਾਜ ਕਹਿਣ ਲੱਗੇ ਸ਼੍ਰੀ ਨਾਥਾਂ ਕੇ ਨਾਥ ਮਾਇਆ ਚਰਨ ਧਿਆਵਹੀ। ਮਾਇਆ ਵੀ ਮਹਾਰਾਜ ਜੀ ਦੇ ਚਰਨ ਆ ਕੇ ਧਿਆਉਂਦੀ ਹੈ, ਹੁਣ ਵੀ ਧਿਆ ਰਹੀ ਹੈ, ਸਦਾ ਹੀ ਧਿਆਉਂਦੀ ਰਹੇਗੀ। ਕਿਉਂ? ਕਿਉਂਕਿ ਇਹ ਵਾਹਿਗੁਰੂ ਦੇ ਨਾਮ ਦੀ ਦਾਸੀ ਹੈ। ਜਿੱਥੇ ਨਾਮ ਹੋਏਗਾ ਉੱਥੇ ਇਹਨੇ ਆਪੇ ਹੀ ਤੁਰੀ ਆਉਣਾ। ਸਾਧ ਸੰਗਤ ਜੀ, ਹਜ਼ੂਰ ਗਰੀਬ ਨਵਾਜ ਸੱਚੇ ਪਾਤਸ਼ਾਹ ਧੰਨ 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 ਸਤਿਗੁਰੂ ਅੰਤਰਜਾਮੀ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਇੱਕ ਦਿਨ ਪਲੰਘੇ ਦੇ ਉੱਤੇ ਬੈਠੇ ਆਰਾਮ ਕਰ ਰਹੇ ਹੈ। ਮਹਾਰਾਜ ਦੇ ਚਰਨ ਹਿੱਲ ਰਹੇ ਹੈ। ਭਾਈ ਲਹਿਣਾ ਜੀ ਨੇ ਸੋਚਿਆ ਮਹਾਰਾਜ ਦੇ ਚਰਨ ਕਿਉਂ ਹਿੱਲ ਰਹੇ ਆਪੇ। ਸਤਿਗੁਰੂ ਜੀ ਨੂੰ ਪੁੱਛਿਆ। ਮਹਾਰਾਜ ਕਹਿਣ ਲੱਗੇ ਲਹਿਣਾ ਜੀ ਦੇਵਤੇ ਆਏ ਸਨ। ਕਹਿਣ ਲੱਗੇ ਕਦੀ ਕਦੀ ਸਾਰੇ ਦੇਵਤੇ ਇਕੱਠੇ ਹੋ ਕੇ ਆਉਂਦੇ ਆ ਅਤੇ ਆ ਕੇ ਨਮਸਕਾਰ ਕਰਕੇ ਜਾਂਦੇ ਆ। ਹੁਣ ਇਹ ਗੱਲ ਸੁਣ ਕੇ ਤਰਕ ਨਹੀਂ ਲਹਿਣਾ ਜੀ ਦੇ ਮਨ ਵਿੱਚ ਪੈਦਾ ਹੋਈ, ਹੋਰ ਸ਼ਰਧਾ ਵੱਧ ਗਈ ਜੀ, ਹੋਰ ਪਿਆਰ ਵੱਧ ਗਿਆ। ਅਸਲ ਵਿੱਚ ਇਹ ਆਪੋ ਆਪਣੀ ਅਵਸਥਾ ਦੀ ਖੇਡ ਹੈ। ਕਈਆਂ ਦੀ ਸੁਰਤੀ ਵਿੱਚ ਕਿੰਤੂ ਪਰੰਤੂ ਇੰਨਾ ਜ਼ਿਆਦਾ ਵਸਿਆ ਹੁੰਦਾ ਹੈ, ਸਤਿਗੁਰੂ ਜੀ ਦੀ ਹਰ ਗੱਲ 'ਤੇ ਕਿੰਤੂ ਕਰੀ ਜਾਂਦੇ ਹੈ। ਉਹਨਾਂ ਦੀ ਕਿੰਤੂ ਕਰਨਾ ਜਿਹੜਾ ਹੈ ਉਹ ਠੀਕ ਹੈ। ਕਿਉਂ? ਕਿਉਂਕਿ ਉਹਨਾਂ ਦੀ ਬੁੱਧੀ ਓਨੀ ਕੁ ਹੈਗੀ ਹੈ। ਉਹਨਾਂ ਦੀ ਬੁੱਧੀ ਜਿਹੜੀ ਹੈ ਉਹ ਤਾਂ ਆਪਣੇ ਉੱਤੇ ਦਇਆ ਕਰ ਲੈਣ, ਬੜੀ ਵੱਡੀ ਗੱਲ ਹੈ। ਅਤੇ ਮਹਾਰਾਜ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਦੇ ਕੌਤਕ ਕਿੱਥੋਂ ਉਹਨਾਂ ਨੂੰ ਸਮਝ ਆਉਣੇ ਆ। ਜਿਨ੍ਹਾਂ ਦੀ ਬੁਰਦੀ ਸ਼ਰਧਾ ਵਿੱਚ ਭਿੱਜੀ ਪਈ ਹੈ, ਤੁਸੀਂ ਉਹਨਾਂ ਦੇ ਬਾਰੇ ਸਰਵਣ ਕੀਤਾ। ਭਾਈ ਲਹਿਣਾ ਜੀ ਨੇ 7 ਬਚਨ ਕੀਤਾ ਸੱਚੇ ਪਾਤਸ਼ਾਹ ਨੂੰ। 7 ਬਚਨ ਕਰਕੇ ਆਖਿਆ ਮਹਾਰਾਜ ਸੱਚੇ ਪਾਤਸ਼ਾਹ 7 ਬਚਨ ਹੈ। ਹੋਰ ਮਨ ਵਿੱਚ ਪਿਆਰ ਜਾਗਿਆ, ਹੋਰ ਬਾਣੀ ਪੜ੍ਹਦੇ ਹੈ, ਹੋਰ ਸੇਵਾ ਕਰਦੇ ਹੈ, ਵਾਹਿਗੁਰੂ ਦਾ ਸਿਮਰਨ ਕਰਦੇ ਹੈ, ਅਤੇ ਹਿਰਦੇ ਵਿੱਚ ਪ੍ਰੀਤ ਜ਼ਿਆਦਾ ਵੱਧ ਗਈ ਹੈ। ਹੁਣ ਇਹਦੇ ਤੋਂ ਅੱਗੇ ਜਿਹੜੀ ਕਥਾ ਹੈ ਉਹ ਆਪਾਂ ਨੇ ਬੜੇ ਹੀ ਪਿਆਰ ਦੇ ਨਾਲ ਸਾਰੀ ਸੰਗਤ ਨੇ ਸਰਵਣ ਕਰਨੀ ਹੈ। ਦੋਵੇਂ ਹੱਥ ਜੋੜ ਕੇ ਗੱਜ ਕੇ ਸਾਰੀ ਸੰਗਤ ਆਖੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ ਕਰਤਿਓ ਸੇਵਾ ਸਮਾਂ ਬਿਤਾਵਹਿ। ਇਸ ਤਰੀਕੇ ਨਾਲ ਭਾਈ ਲਹਿਣਾ ਜੀ ਸੇਵਾ ਕਰ ਰਹੇ ਹੈ ਅਤੇ ਸੇਵਾ ਕਰਦਿਆਂ ਕਰਦਿਆਂ ਸਮਾਂ ਜਿਹੜਾ ਉਹ ਬਤੀਤ ਕਰ ਰਹੇ ਹੈ ਜੀ, ਸਮਾਂ ਬਤੀਤ ਕਰ ਰਹੇ ਹੈ। ਹਾਂਜੀ, ਜਗ ਕਾਰਜ ਕੋ ਹਿਰਦੈ ਨਾ ਆਵੈ। ਅਸਲ ਵਿੱਚ ਸਮਾਂ ਬਤੀਤ ਨਹੀਂ ਹੁੰਦਾ ਸਾਧ ਸੰਗਤ ਜੀ, ਸੇਵਾ ਕੀਤਿਆਂ ਸਮਾਂ ਸਫਲਾ ਹੋ ਜਾਂਦਾ ਜੀ।
ਤੇ ਜਗ ਕਾਰਜ ਕੋ ਹਿਰਦੇ ਨਾ ਆਵਹਿ। ਹੁਣ ਮੇਰੇ ਵਰਗਾ ਕਥਾ ਕਰਦਿਆਂ ਵੀ ਦੁਨੀਆਦਾਰੀ ਦੀ ਗੱਲ ਨਹੀਂ ਭੁੱਲਦੀ। ਕਥਾ ਸੁਣਦਿਆਂ ਦੁਨੀਆ ਦੀਆਂ ਗੱਲਾਂ ਚੇਤਾ ਆਈ ਜਾਂਦੀਆਂ, ਸੇਵਾ ਕਰਦਿਆਂ ਦੁਨੀਆ ਦੀਆਂ ਗੱਲਾਂ ਚੇਤਾ ਆਈ ਜਾਂਦੀਆਂ ਨੇ। ਸਾਡਾ ਆਹ ਕੰਮ ਰਹਿ ਗਿਆ, ਆਹ ਕੰਮ ਰਹਿ ਗਿਆ। ਜਿਸ ਕੰਮ ਨੇ ਲਾਭ ਹੀ ਲਾਭ ਕਰਨਾ ਹੈ, ਲਾਭ ਹੀ ਲਾਭ ਦੇਣਾ ਹੈ, ਉਹ ਨਹੀਂ ਬੰਦਾ ਖੁਸ਼ ਹੋ ਕੇ ਕਰਦਾ ਜੀ। ਭਾਈ ਲਹਿਣਾ ਜੀ ਸੇਵਾ ਕਰਦੇ ਆ, ਜਗਤ ਦਾ ਕੋਈ ਵੀ ਕੰਮ ਆਪਣੇ ਹਿਰਦੇ ਵਿੱਚ ਨਹੀਂ ਲੈ ਕੇ ਆਉਂਦੇ ਜੀ। ਸਿਰਫ ਤੇ ਸਿਰਫ ਪਿਆਰ ਨਾਲ ਸਤਿਗੁਰੂ ਜੀ ਦੀ ਸੇਵਾ ਹੀ ਕਰਦੇ ਆ। ਹਾਂਜੀ, ਇਸ ਬਿਦ ਬਾਸੁਰ ਕਿਤੇ ਬਿਤਾਏ। ਇਸ ਤਰੀਕੇ ਦੇ ਨਾਲ ਸਾਧ ਸੰਗਤ ਜੀ ਕਈ ਦਿਨ ਜਿਹੜੇ ਆ ਉਹ ਲੰਘ ਗਏ ਹਨ, ਸਫਲੇ ਹੋ ਗਏ ਹਨ। ਚਰਨ ਕਮਲ ਮਨ ਭੌਰ ਲੁਭਾਏ। ਬਸ ਜਿਹੜਾ ਮਨ ਹੈ ਨਾ ਜੀ, ਉਹ ਭੌਰੇ ਵਾਂਗੂ ਸਦਾ ਹੀ ਮਹਾਰਾਜ ਦੇ ਚਰਨਾਂ ਨਾਲ ਜੁੜਿਆ ਰਹਿੰਦਾ ਭਾਈ ਲਹਿਣਾ ਜੀ ਦਾ। ਹਾਂਜੀ, ਬੈਠੇ ਹੁਤੇ ਬੇਦੀ ਕੁਲਦੀਪਾ। ਇੱਕ ਦਿਨ ਬੇਦੀ ਕੁਲ ਦੀਪਕ ਧੰਨ ਧੰਨ ਸੱਚੇ ਪਾਤਸ਼ਾਹ ਗਰੀਬ ਨਵਾਜ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਬੈਠੇ ਸਨ। ਪਾਉ ਭਲੋਸਤ ਹੋਏ ਸਮੀਪਾ। ਤੇ ਭਾਈ ਲਹਿਣਾ ਜੀ ਮਹਾਰਾਜ ਗਰੀਬ ਨਵਾਜ ਜੀ ਦੇ ਚਰਨ ਘੁੱਟ ਰਹੇ ਸਨ। ਇਹ ਵੀ ਸੇਵਾ ਆਮ ਬੰਦਿਆਂ ਨੂੰ ਨਹੀਂ ਮਿਲਦੀ। ਬੜੀ ਛੇਤੀ ਭਾਈ ਲਹਿਣਾ ਜੀ ਛੇਤੀ ਗੁਰੂ ਨਾਨਕ ਸਾਹਿਬ ਦੇ ਜ਼ਿਆਦਾ ਨੇੜੇ ਹੋ ਗਏ ਜੀ। ਜ਼ਿਆਦਾ ਨੇੜੇ ਹੋ ਕੇ ਰੱਬ ਦੇ ਪਿਆਰਿਆਂ ਦੀ ਨੇੜਤਾ ਬਿਨਾਂ ਕਰਮਾਂ ਭਾਗਾਂ ਤੋਂ ਨਹੀਂ ਮਿਲਦੀ ਜੀ। ਮਹਾਰਾਜ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਦੇ ਚਰਨ ਘੁੱਟ ਰਹੇ ਭਾਈ ਲਹਿਣਾ ਜੀ। ਕਰ ਪਰਸਿਓ ਪਿੰਡਰੀ ਜਬ ਦੇਖੀ। ਤੇ ਜਦੋਂ ਚਰਨ ਘੁੱਟਦਿਆਂ ਮਹਾਰਾਜ ਜੀ ਦੀ ਪਿੰਨੀ ਵੇਖੀ ਜੀ। ਇਹ ਸਾਡੇ ਸਰੀਰ ਦਾ ਹੀ ਅੰਗ ਹੈ ਪਿੰਨੀ। ਲੱਤ ਜਿਹੜੀ ਹੈ ਸਾਡੀ ਗੋਡੇ ਤੋਂ ਹੇਠਾਂ ਚਰਨ ਤੱਕ ਪਿੰਨੀ। ਜਦੋਂ ਮਹਾਰਾਜ ਜੀ ਦੇ ਇਸ ਹਿੱਸੇ ਨੂੰ ਹੱਥ ਲਾਇਆ, ਜਿਨ ਕੋ ਲੱਗੀ ਝਰੀਟ ਵਸ਼ੇਖੀ। ਤੇ ਭਾਈ ਲਹਿਣਾ ਜੀ ਕੀ ਵੇਖਦੇ ਆ, ਧੰਨ ਗੁਰੂ ਨਾਨਕ ਸਾਹਿਬ ਜੀ ਦੇ ਉਸ ਪਵਿੱਤਰ ਅੰਗ ਉੱਤੇ ਝਰੀਟਾਂ ਲੱਗੀਆਂ ਹੋਈਆਂ। ਇੰਝ ਲੱਗਦਾ ਜਿਵੇਂ ਝਾੜੀਆਂ ਵੱਜੀਆਂ ਤੇ ਉਹ ਥੋੜ੍ਹਾ ਥੋੜ੍ਹਾ ਛਿੱਲਿਆ ਜਾਂਦਾ। ਝਰੀਟਾਂ ਲੱਗੀਆਂ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਗਰੀਬ ਨਵਾਜ ਜੀ ਦੇ। ਹਾਂਜੀ, ਬੁਝਿਓ ਲਹਿਣੇ ਦੁਐ ਕਰ ਬੰਦੇ। ਤੇ ਸੇਵਕ ਭਾਵ ਧਾਰਨ ਕਰਨਾ ਬੜੀ ਵੱਡੀ ਗੱਲ ਹੈ। ਦੋਵੇਂ ਹੱਥ ਜੋੜ ਕੇ ਧੰਨ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਨੂੰ ਪੁੱਛਿਆ, ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ, ਕਿਸ ਬਿਦ ਕੰਟਕ ਲੱਗੇ ਕੁਮੰਦੇ ਮੁਕੰਦੇ। ਮਹਾਰਾਜ ਹੈ ਮੁਕਤੀ ਦੇ ਦਾਤੇ ਸੱਚੇ ਪਾਤਸ਼ਾਹ, ਮਹਾਰਾਜ ਕੰਢੇ ਕਿਵੇਂ ਲੱਗੇ ਆ, ਮਹਾਰਾਜ ਝਰੀਟਾਂ ਕਿਵੇਂ ਪੈ ਗਈਆਂ ਸੱਚੇ ਪਾਤਸ਼ਾਹ। ਵਹਿਰ ਕਹੂੰ ਅਸ ਠੌਰਨ ਮਾਹੀ। ਗਮਨੇ ਪ੍ਰਭੂ ਆਪ ਕਬ ਨਾਹੀ। ਮਹਾਰਾਜ ਜਿੱਥੋਂ ਤੱਕ ਮੈਂ ਦੇਖਿਆ ਸੱਚੇ ਪਾਤਸ਼ਾਹ ਤੁਸੀਂ ਕਿਤੇ ਬਾਹਰ ਨਹੀਂ ਗਏ। ਤੁਸੀਂ ਇੱਥੇ ਬੈਠੇ ਹੋ, ਤੁਸੀਂ ਇੱਥੇ ਬੈਠੇ ਹੋ, ਬਾਹਰ ਕਿਤੇ ਵੀ ਨਹੀਂ ਤੁਸੀਂ ਗਏ ਮਹਾਰਾਜ। ਹਾਂਜੀ, ਅਬ ਲਾਗੀ ਹੈ ਪਰਹ ਲਖਾਈ। ਇਹ ਕਾਰਨ ਮੁਝ ਦੇਹੋ ਬਤਾਈ। ਤੇ ਮਹਾਰਾਜ ਇੰਝ ਲੱਗਦਾ ਜਿਵੇਂ ਹੁਣੇ ਹੀ ਝਰੀਟਾਂ ਲੱਗੀਆਂ ਆਪ ਜੀ ਨੂੰ। ਹੇ ਮਹਾਰਾਜ ਝਰੀਟਾਂ ਕਿਵੇਂ ਲੱਗ ਗਈਆਂ ਆਪ ਜੀ ਨੂੰ। ਹਾਂਜੀ, ਸੁਣ ਕੈ ਸ਼੍ਰੀ ਗੁਰੂ ਗਿਰਾ ਅਲਾਈ। ਸੁਣ ਕੇ ਸੱਚੇ ਪਾਤਸ਼ਾਹ ਗਰੀਬ ਨਵਾਜ ਮਹਾਰਾਜ ਜੀ ਭਾਈ ਲਹਿਣਾ ਜੀ ਨੂੰ ਕਹਿਣ ਲੱਗੇ, ਏਕ ਅਯਾਲੀ ਅਜਾ ਚਰਾਈ। ਮਹਾਰਾਜ ਕਹਿੰਦੇ ਲਹਿਣਾ ਜੀ ਫਿਰ ਸੁਣੋ, ਕਹਿਣ ਲੱਗੇ ਇਸ ਸਮੇਂ ਇੱਕ ਅਯਾਲੀ ਆ ਜਿਹੜਾ ਉਹ ਬਾਹਰ ਬੱਕਰੀਆਂ ਚਾਰ ਰਿਹਾ। ਹਾਂਜੀ, ਦੋਹਰਾ ਮਨ ਇਕਾਂਤ ਹੋਇ ਪ੍ਰੀਤ ਯੁਤ ਪੜ੍ਹੈ ਸੋਹਲਾ ਸੋਏ। ਤੇ ਮਨ ਨੂੰ ਇਕਾਗਰ ਕਰਕੇ ਬੜੇ ਪ੍ਰੇਮ ਦੇ ਨਾਲ ਉਹ ਸੋਹਿਲੇ ਦੀ ਬਾਣੀ ਦਾ ਪਾਠ ਕਰ ਰਿਹਾ। ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਹੁਣ ਪਹਿਲੀ ਗੱਲ ਸੰਗਤ ਜੀ, ਬੰਦਾ ਸੋਚਦਾ ਗੁਰੂ ਸਾਹਿਬ ਇੱਥੇ ਹੈ ਤੇ ਇੱਥੇ ਹੀ ਬੈਠੇ ਆ ਬਸ। ਤੂੰ ਸਭਨੀ ਥਾਈ ਜਿੱਥੇ ਹੋਂ ਜਾਈ। ਮਹਾਰਾਜ ਤੇ ਸਾਰੀਆਂ ਥਾਵਾਂ ਤੇ ਪਹੁੰਚ ਜਾਂਦੇ ਆ। ਮਹਾਰਾਜ ਕਹਿੰਦੇ ਮਨ ਇਕਾਗਰ ਕਰਕੇ ਤੇ ਬੜੇ ਪਿਆਰ ਨਾਲ ਉਹ ਬਾਲਕ ਜਿਹੜਾ ਹੈ ਉਹ ਸੋਹਿਲਾ ਜੀ ਦੀ ਬਾਣੀ ਦਾ ਪਾਠ ਕਰ ਰਿਹਾ। ਸੋਹਿਲਾ ਜੀ ਵਾਲਾ ਸ਼ਬਦ ਉਦੋਂ ਜਿਹੜਾ ਪ੍ਰਚਲਿਤ ਸੀ, ਜੈ ਘਰ ਕਰਤੇ
ਕੀਰਤ ਹੋਏ, ਸੋ ਘਰ ਰਾਖ ਵਡਾਈ ਤੋਏ। ਇਹ ਦੂਜਾ ਸ਼ਬਦ ਹੈ। ਇੱਕ ਪਹਿਲਾ, ਜੈ ਘਰ ਕੀਰਤ ਆਖੀਐ, ਕਰਤੇ ਕਾ ਹੋਏ ਵਿਚਾਰੋ, ਤਿਤ ਘਰ ਗਾਵਹੁ ਸੋਹਿਲਾ, ਸਿਵਰਿਹੁ ਸਿਰਜਣਹਾਰੋ। ਮਨ ਇਕਾਂਤ ਕਰਕੇ ਪਿਆਰ ਨਾਲ ਬਾਣੀ ਪੜ੍ਹ ਰਿਹਾ। ਹਾਂਜੀ। ਕੰਟਕ ਝਾਰ ਅਪਾਰ ਜਹੈ, ਫਿਰਤ ਪ੍ਰੇਮ ਮੈਂ ਹੋਏ। ਮਹਾਰਾਜ ਕਹਿਣ ਲੱਗੇ ਉਹ ਇੰਨੇ ਪਿਆਰ ਵਿੱਚ ਬਾਣੀ ਪੜ੍ਹ ਰਿਹਾ ਵੀ ਇਸ ਸਮੇਂ ਕੰਢਿਆਂ ਤੇ ਤੁਰਿਆ ਜਾ ਰਿਹਾ ਹੈ। ਜਿੱਥੇ ਉਹ ਬਾਲਕ ਤੁਰਿਆ ਜਾ ਰਿਹਾ ਹੈ, ਆਸੇ ਪਾਸੇ ਕੰਢੇ ਨੇ, ਝਾੜੀਆਂ ਨੇ। ਹਾਂਜੀ। ਚੌਪਈ ਹਵੈ ਸਮੀਪ ਵਿਚਰੋਂ ਤਿਹ ਸੰਗਾ, ਤੇ ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਮਹਾਰਾਜ ਧੰਨ ਗੁਰੂ ਨਾਨਕ ਸਾਹਿਬ ਭਾਈ ਲਹਿਣਾ ਜੀ ਨੂੰ ਕਹਿਣ ਲੱਗੇ, ਲਹਿਣਾ ਜੀ ਮੈਂ ਇਸ ਸਮੇਂ ਉਸ ਬਾਲਕ ਦੇ ਨਾਲ ਹੋ ਕੇ ਵਿਚਰ ਰਿਹਾ। ਮਹਾਰਾਜ ਕਹਿੰਦੇ ਉਹਦੇ ਨਾਲ ਜਾ ਰਿਹਾ। ਕਿਉਂ ਜਾ ਰਿਹਾ? ਹਾਂਜੀ। ਲਗਨੇ ਦੇਉ ਨ ਕੰਟਕ ਅੰਗਾ, ਕਿਉਂਕਿ ਉਹ ਬਾਲਕ ਬਾਣੀ ਪੜ੍ਹ ਰਿਹਾ ਬੜੇ ਪਿਆਰ ਨਾਲ। ਹੈ ਆਜੜੀ ਹੈ ਤੇ ਉਹ ਬਾਣੀ ਪੜ੍ਹ ਰਿਹਾ ਬੜੇ ਪਿਆਰ ਦੇ ਨਾਲ। ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਬਾਣੀ ਪੜ੍ਹਨ ਵਾਲੇ ਨੂੰ ਕੰਢਾ ਨਹੀਂ ਲੱਗਣ ਦੇਣਾ। ਹੁਣ ਤੁਸੀਂ ਕਹੋਗੇ ਪੜ੍ਹਦੇ ਤੇ ਅਸੀਂ ਵੀ ਬੜੇ ਹਾਂ, ਤੇ ਦੁੱਖ ਸੰਤਾਪ ਤੇ ਸਾਨੂੰ ਵੀ ਆਈ ਜਾਂਦੇ। ਹੁਣ ਇਹ ਸਾਖੀ ਮੈਂ ਚਾਹਵਾਂ ਤਾਂ ਸਿੱਧੀ ਸਿੱਧੀ 1 ਮਿੰਟ ਵਿੱਚ ਵੀ ਮੁਕਾ ਦਈਏ ਤੇ ਕੋਈ ਗੱਲ ਨਹੀਂ ਹੈ ਵੀ ਫਟਾਫਟ ਕਰ ਦਈਏ। ਪਰ ਇੱਥੇ ਇੱਕ ਗੱਲ ਧਿਆਨ ਨਾਲ ਰੱਖਿਓ, ਜਿਹੜਾ ਸਾਡਾ ਮਨ ਹੈ ਨਾ, ਮਨ ਇਹ ਅੰਦਰੋਂ ਸਦਾ ਬੋਲਦਾ ਰਹਿੰਦਾ। ਮਨ ਇਕਾਂਤ ਦਾ ਮਤਲਬ ਕੀ ਹੈ? ਮਨ ਇਕਾਂਤ ਦਾ ਮਤਲਬ ਇਹ ਨਹੀਂ ਹੈ ਵੀ ਤੁਸੀਂ ਜੰਗਲ ਵਿੱਚ ਜਾ ਕੇ ਬਹਿਣਾ ਹੈ। ਮਨ ਅੰਦਰੋਂ ਚੁੱਪ ਨਹੀਂ ਹੁੰਦਾ, ਮਨ ਬੋਲੀ ਜਾਂਦਾ, ਮਨ ਬੋਲੀ ਜਾਂਦਾ। ਤੁਸੀਂ ਕਈ ਵਾਰੀ ਵੇਖਿਓ, ਕਈ ਵਾਰੀ ਅਸੀਂ ਕਿਸੇ ਬੰਦੇ ਦੀ ਗੱਲ ਸੁਣ ਰਹੇ ਹੋਈਏ, ਫਟਾਫਟ ਆਪਣੀ ਗੱਲ ਸ਼ੁਰੂ ਕਰਦੇ ਹਾਂ ਉਹਦੀ ਗੱਲ ਕੱਟਣ ਵਾਸਤੇ, ਜਾਂ ਫਿਰ ਆਪਣੀ ਸਿਆਣਪ ਦੱਸਣ ਵਾਸਤੇ, ਕਿਉਂਕਿ ਮਨ ਅਜੇ ਸੁਣ ਨਹੀਂ ਰਿਹਾ ਜੀ। ਮਨ ਤੇ ਆਪਣਾ ਬੋਲ ਰਿਹਾ ਜੀ। ਤੇ ਸੱਚੀ ਗੱਲ ਇਹ 'ਚ ਸੰਗਤ ਜੀ, ਮੈਂ ਬੁਨਿਆਦੀ ਗੱਲ ਦੱਸ ਰਿਹਾ ਸਭਨਾਂ ਦੀ। ਜਦੋਂ ਬਾਣੀ ਪੜ੍ਹਦੇ ਹੈ, ਮੂੰਹ ਹੀ ਬਾਣੀ ਪੜ੍ਹਦਾ, ਮਨ ਤੇ ਬੜਾ ਕੁਝ ਅੰਦਰੋਂ ਬੋਲੀ ਜਾਂਦਾ, ਸੋਚੀ ਜਾਂਦਾ, ਕਰੀ ਜਾਂਦਾ ਜੀ। ਮਨ ਬੜਾ ਕੁਝ ਸੋਚਦਾ ਜੀ ਅੰਦਰੋਂ। ਮਨ ਦਾ ਇਕਾਂਤ ਹੋਣ ਦਾ ਕੀ ਮਤਲਬ ਹੈ? ਮਨ ਦਾ ਇਕਾਂਤ ਹੋਣ ਦਾ ਮਤਲਬ ਹੈ ਵੀ ਉਦੋਂ ਮਨ 'ਚ ਕੋਈ ਸੋਚ ਨਾ ਹੋਵੇ, ਮਨ ਚੁੱਪ ਕਰ ਜੇ, ਫਿਰ ਬਾਣੀ ਪੜ੍ਹਨੀ ਹੈ। ਹੁਣ ਦੋ ਭਾਵ ਨੇ, ਇੱਕ ਤੇ ਮਨ ਨੂੰ ਚੁੱਪ ਕਰਾਉਣ ਵਾਸਤੇ ਵੀ ਬਾਣੀ ਪੜ੍ਹਨੀ ਹੈ, ਤੇ ਇੱਕ ਬਾਣੀ ਦਾ ਸਵਾਦ ਉਦੋਂ ਆਉਂਦਾ ਜਦੋਂ ਮਨ ਚੁੱਪ ਕਰ ਜਾਂਦਾ ਹੈ। ਕਥਾ ਸੁਣਦਿਆਂ ਵੀ ਮਨ ਬੋਲ ਰਿਹਾ ਹੋਣਾ ਤੁਹਾਡਾ, ਹੁਣ ਵੇਖ ਲਿਓ, ਮਨ ਬੋਲਦਾ। ਆਹ ਵਾਲੀ ਜੀਭ ਨਹੀਂ ਲੱਗੀ ਮਨ ਨੂੰ, ਪਰ ਮਨ ਬੋਲੀ ਜਾਂਦਾ। ਤਾਈਓ ਬਾਣੀ ਪੜ੍ਹਦਿਆਂ ਰਸ ਨਹੀਂ ਆਉਂਦਾ। ਮਨ ਇਕਾਂਤ ਹਵੈ ਪ੍ਰੀਤ ਯੋਤੋ ਦੀ ਸੁਰਤ ਜੁੜੀ ਸੀ। ਉਹ ਮਨ ਇਕਾਗਰ ਕਰਕੇ ਪਿਆਰ ਦੇ ਨਾਲ ਸੋਹਿਲਾ ਜੀ ਦਾ ਪਾਠ ਕਰ ਰਿਹਾ। ਮਹਾਰਾਜ ਕਹਿੰਦੇ ਤੇ ਉਹਨੂੰ ਮੈਂ ਕੰਢਾ ਨਹੀਂ ਲੱਗਣ ਦੇ ਰਿਹਾ, ਗੁਰੂ ਨਾਨਕ ਸਾਹਿਬ ਕਹਿੰਦੇ। ਹਾਂਜੀ। ਤਾਹਾਂ ਝਰੀਟ ਲੱਗੀ ਇਹ ਜਾਨੋ, ਜਿਹੜੀਆਂ ਉਹਨੂੰ ਝਰੀਟਾਂ ਲੱਗਣੀਆਂ ਨੇ, ਮਹਾਰਾਜ ਕਹਿੰਦੇ ਉਹ ਸਾਰੀਆਂ ਮੈਨੂੰ ਲੱਗ ਰਹੀਆਂ। ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਹੁਣ ਜਿਹੜੇ ਬਾਣੀ ਪੜ੍ਹਦੇ ਆ ਵੀ ਮਾੜਾ ਸੋਚੀ ਜਾਂਦੇ, ਉਹ ਸੋਚੋ ਕਿ ਮਹਾਰਾਜ ਨੂੰ ਤੇ ਫਿਰ ਸਾਰੀਆਂ ਗੱਲਾਂ ਪਤਾ ਲੱਗੀ ਜਾਂਦੀਆਂ। ਜੇ ਮਹਾਰਾਜ ਨੂੰ ਇਹ ਪਤਾ ਹੈ ਵੀ ਇਹ ਮਨ ਇਕਾਗਰ ਕਰਕੇ ਬਾਣੀ ਪੜ੍ਹ ਰਿਹਾ ਹੈ, ਤੇ ਮਹਾਰਾਜ ਨੂੰ ਇਹ ਵੀ ਪਤਾ ਹੈ ਵੀ ਬਾਣੀ ਪੜ੍ਹਦਿਆਂ ਕੀ ਕੀ ਸੋਚ ਰਿਹਾ ਹੈ, ਫਿਰ ਇਹ ਵੀ ਪਤਾ। ਇਸ ਕਰਕੇ ਸਾਵਧਾਨੀ ਵਰਤਿਆ ਕਰੀਏ, ਸਾਡੇ ਭਲੇ ਦੀ ਗੱਲ ਹੈ ਸਾਧ ਸੰਗਤ ਜੀ। ਹਾਂਜੀ। ਲਹਿਣੇ ਸਾਚ ਬਚਨ ਮਨ ਮਾਨੋ, ਮਹਾਰਾਜ ਕਹਿੰਦੇ ਲੈਣਾ ਜੀ ਸੱਚ ਕਰਕੇ ਮੰਨਿਓ। ਇਸ ਸਮੇਂ ਬੱਚਾ ਸੋਹਿਲਾ ਜੀ ਦੀ ਬਾਣੀ ਪਿਆਰ ਨਾਲ ਪੜ੍ਹਦਾ, ਇਹ ਝਰੀਟਾਂ ਉਹਨੂੰ ਲੱਗਣੀਆਂ ਸਨ
ਪਰ ਅਸੀਂ ਉਹਦੀਆਂ ਝਰੀਟਾਂ ਆਪਣੇ ਉੱਤੇ ਲੈ ਰਹੇ ਹਾਂ। ਹਾਂਜੀ। ਪੜ੍ਹੈ ਸੋਹਿਲਾ ਜੋ ਕਿਤ ਕੋਊ, ਹਾਂਜੀ। ਤਿਹ ਸਮੀਪ ਨਿਸ਼ਚੈ ਮੈਂ ਹੋਊ। ਹੁਣ ਅਗਲੀ ਗੱਲ ਬੜੇ ਧਿਆਨ ਨਾਲ ਸੁਣਿਓ। ਜਿਹੜਾ ਬੰਦਾ ਐਸੀ ਕਥਾ ਸੁਣੇਗਾ ਉਹਦੇ ਅੰਦਰ ਨਿਤਨੇਮ ਦੀ ਦ੍ਰਿੜਤਾ ਆਏਗੀ। ਮਹਾਰਾਜ ਕਹਿੰਦੇ ਆ ਕੋਈ ਵੀ ਮਨੁੱਖ ਸੋਹਿਲਾ ਕਿਤੇ ਵੀ ਬੈਠ ਕੇ ਪੜ੍ਹੇ, ਕਿਤੇ ਵੀ ਬੈਠ ਕੇ, ਤੇ ਸਮੀਪ ਨਿਸ਼ਚੇ ਮੈਂ ਹੂੰ। ਗੁਰੂ ਨਾਨਕ ਸਾਹਿਬ ਕਹਿਣ ਲੱਗੇ ਲੈਣਿਆ ਮੈਂ ਉਹਦੇ ਨੇੜੇ ਹੁੰਨਾ ਕਹਿਣ ਲੱਗੇ। ਜਿਹੜਾ ਸੋਹਿਲਾ ਜੀ ਦਾ ਪਾਠ ਕਰਦਾ ਪਿਆਰ ਨਾਲ। ਹਾਂਜੀ। ਅਸ ਕਹਿ ਪੁਨ ਇੱਕ ਸਿੱਖ ਹਕਾਰਾ, ਤਿਹ ਸੋ ਬੋਲੇ ਮੁਖ ਉਦਾਰਾ। ਇਹ ਕਹਿ ਕੇ ਸੱਚੇ ਪਾਤਸ਼ਾਹ ਗਰੀਬ ਨਵਾਜ਼ ਜੀ ਨੇ ਇੱਕ ਸਿੱਖ ਨੂੰ ਸੱਦਿਆ ਜੀ, ਤੇ ਮੁਕਤੀ ਦੇ ਦਾਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਉਸ ਸਿੱਖ ਨੂੰ ਕਹਿਣ ਲੱਗੇ ਅਮਕਾ ਜੋ ਥਲ ਤਹਾਂ ਅਲਾਇਆ। ਮਹਾਰਾਜ ਕਹਿੰਦੇ ਜਾਓ ਭਾਈ, ਉਹ ਜਿਹੜਾ ਫਲਾਣੀ ਥਾਂ ਹੈ ਨਾ, ਹਾਂਜੀ, ਅਜਾ ਚਰਾਵਤ ਪ੍ਰੇਮ ਵਿਸਾਲਾ, ਉੱਥੇ ਇੱਕ ਆਜੜੀ ਬੜੇ ਪਿਆਰ ਦੇ ਨਾਲ ਬੱਕਰੀਆਂ ਚਾਰ ਰਿਹਾ। ਹਾਂਜੀ। ਜਾਵੋ ਤੁਮ ਤਿਹ ਨਿਕਟ ਨਿਹਾਰੀ। ਉਹਨੂੰ ਜਾ ਕੇ ਤੇ ਆਖੋ ਵੀ ਅਸੀਂ ਬੁਲਾ ਰਹੇ ਹਾਂ, ਉਹਨੂੰ ਸਾਡੇ ਕੋਲ ਸੱਦ ਕੇ ਲੈ ਕੇ ਆਓ। ਆਦਰ ਯੁਕਤ ਸੋ ਆਏ ਹਕਾਰੀ। ਪਰ ਮਹਾਰਾਜ ਕਹਿੰਦੇ ਸਤਿਕਾਰ ਦੇ ਨਾਲ ਲੈ ਕੇ ਆਉਣਾ, ਕਿਉਂਕਿ ਉਹ ਬਾਣੀ ਪੜ੍ਹ ਰਿਹਾ ਜੀ। ਆਇਸ ਪਾਏ ਗਇਓ ਸਿੱਖ ਤਿਹਵਾ, ਕਿਉਂਕਿ ਉਹ ਬਾਣੀ ਪੜ੍ਹ ਰਿਹਾ ਜੀ, ਇਸ ਕਰਕੇ ਸਤਿਕਾਰ ਦੇ ਨਾਲ ਲੈ ਕੇ ਆਉਣਾ। ਬਾਣੀ ਪੜ੍ਹਨ ਵਾਲਿਆਂ ਦਾ ਸਤਿਕਾਰ ਹੈ। ਸੋ ਉਹ ਸਿੱਖ ਆਗਿਆ ਪਾ ਕੇ ਛੇਤੀ ਦੇ ਨਾਲ ਉਸ ਥਾਂ ਤੇ ਗਿਆ। ਅਜਾ ਚਰਾਏ ਅਯਾਲੀ ਜਿਹਵਾ, ਤੇ ਜਾ ਕੇ ਵੇਖਿਆ ਆ ਜਿਹੜੀ ਵਾਕਈ ਉੱਥੇ ਬੱਕਰੀਆਂ ਚਾਰ ਰਿਹਾ ਸੀ। ਹਾਂਜੀ। ਤਿਹ ਬਿਲੋਕ ਬੋਲਿਓ ਮ੍ਰਿਦ ਬਾਣੀ। ਤੇ ਮਹਾਰਾਜ ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਦਾ ਭੇਜਿਆ ਹੋਇਆ ਸਿੱਖ ਜਾ ਕੇ ਉਸ ਆਜੜੀ ਨੂੰ ਬੜੇ ਪਿਆਰ ਨਾਲ ਕਹਿੰਦਾ ਜੀ, ਪਿਆਰ ਨਾਲ ਕਹਿੰਦਾ ਜੀ, ਤੁਝੈ ਹਕਾਰਤ ਗੁਰ ਗੁਰ ਖਾਨੀ। ਕਹਿਣ ਲੱਗਾ ਭਾਈ ਗੁਰਮੁਖਾ, ਤੁਹਾਨੂੰ ਗੁਣਾਂ ਦੀ ਖਾਣ ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਬੁਲਾ ਰਹੇ ਹੈ, ਬੁਲਾ ਰਹੇ ਮਹਾਰਾਜ। ਹਾਂਜੀ। ਸੁਣ ਕਰ ਚੱਲਿਓ ਸਿੱਖ ਕੇ ਸਾਥਾ। ਜਦੋਂ ਉਸ ਆਜੜੀ ਨੇ ਸੁਣਿਆ ਵੀ ਮੈਨੂੰ ਸਤਿਗੁਰੂ ਨੇ ਬੁਲਾਇਆ, ਉਹ ਤੇ ਉਸੇ ਵੇਲੇ ਹੀ ਸਿੱਖ ਦੇ ਨਾਲ ਹੋ ਤੁਰਿਆ ਜੀ। ਹਾਂਜੀ। ਆਏ ਨਿਵਾਇਓ ਜੁਗ ਪਗ ਮਾਥਾ। ਤੇ ਆ ਕੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਦੋਵੇਂ ਚਰਨਾਂ ਤੇ ਉਹਨੇ ਆ ਕੇ ਨਮਸਕਾਰ ਕੀਤੀ ਆਜੜੀ ਨੇ। ਹਾਂਜੀ। ਕਿਰਪਾ ਦ੍ਰਿਸ਼ਟ ਕੋ ਦੇਖ ਗੋਸਾਈ। ਤੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਮਿਹਰ ਦੀ ਦ੍ਰਿਸ਼ਟੀ ਨਾਲ ਉਹਦੇ ਵੱਲ ਵੇਖਿਆ ਜੀ, ਉਸ ਆਜੜੀ ਵੱਲ ਜੀ। ਹਾਂਜੀ। ਤਿਹ ਅਯਾਲ ਸੋ ਗਿਰਾ ਅਲਾਈ। ਤੇ ਮਹਾਰਾਜ ਗਰੀਬ ਨਵਾਜ਼ ਸੱਚੇ ਪਾਤਸ਼ਾਹ ਨਾ ਉਹਨੂੰ ਇੱਕ ਗੱਲ ਕਹਿਣ ਲੱਗੇ ਆ, ਬਚਨ ਕਹਿਣ ਲੱਗੇ ਆ। ਕੱਲਾ ਉਸ ਆਜੜੀ ਵਾਸਤੇ ਹੀ ਨਹੀਂ, ਆਪਾਂ ਜਿੰਨੇ ਬੈਠੇ ਆ ਸਾਰੇ ਧਿਆਨ ਨਾਲ ਸੁਣਿਓ ਜੀ। ਜਿੰਨੇ ਕਥਾ ਸੁਣ ਰਹੇ ਆ ਸਾਰੇ ਬਚਨ ਧਿਆਨ ਨਾਲ ਸੁਣਿਓ। ਹਾਂਜੀ। ਦੋਹਰਾ ਸੋਵਨ ਸਮੈ ਬਖਾਨੀਏ, ਕੰਠ ਸੋਹਿਲਾ ਜੋਏ। ਮਹਾਰਾਜ ਕਹਿਣ ਲੱਗੇ ਭਾਈ ਗੁਰਮੁਖਾ, ਜਿਹੜਾ ਸੋਹਿਲਾ ਤੂੰ ਕੰਠ ਕੀਤਾ ਹੈ ਨਾ, ਜ਼ੁਬਾਨੀ ਯਾਦ ਕੀਤਾ। ਹੁਣ ਇੱਥੇ 1 ਮਿੰਟ ਰੁਕਿਓ। ਕੀ ਆਪਾਂ ਜਿੰਨੇ ਕਥਾ ਸੁਣ ਰਹੇ ਹਾਂ ਸਾਨੂੰ ਸਾਰਿਆਂ ਨੂੰ ਸੋਹਿਲਾ ਜੀ ਦਾ ਪਾਠ ਜ਼ੁਬਾਨੀ ਯਾਦ ਹੈ? ਉਸ ਸਮੇਂ 2 ਸ਼ਬਦ ਸਨ ਸੋਹਿਲਾ ਸਾਹਿਬ ਦੇ, ਜਾਂ ਕਈ ਆਰਤੀ ਵਾਲਾ ਸ਼ਬਦ ਵੀ ਪੜ੍ਹਦੇ ਸਨ। 3 ਸ਼ਬਦ ਕਹਿ ਲਈਏ। ਇੱਕ ਜੈ ਘਰ ਕੀਰਤ ਆਖੀਐ, ਕਰਤੇ ਕਾ ਹੋਏ ਵਿਚਾਰੋ ਇਹ ਸ਼ਬਦ। ਇੱਕ ਸ਼ਬਦ 6 ਘਰ 6 ਗੁਰ 6 ਉਪਦੇਸ਼ ਇਹ ਸ਼ਬਦ। ਇੱਕ ਗਗਨ ਮੈਂ ਥਾਲ ਰਬ ਚੰਦ ਦੀਪਕ ਬਨੇ, ਤਾਰਿਕਾ ਮੰਡਲ ਜਨਕ ਮੋਤੀ ਇਹ ਸ਼ਬਦ। ਚੌਥੇ ਪਾਤਸ਼ਾਹ ਦਾ ਤੇ 5ਵੇਂ ਪਾਤਸ਼ਾਹ ਦਾ ਇਹ ਬਾਅਦ ਵਿੱਚ ਐਡ ਹੋਇਆ। ਔਰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸੋਹਿਲਾ ਸਾਹਿਬ ਦਾ ਜਿਹੜਾ ਸਰੂਪ ਹੈ ਉਹ 5 ਸ਼ਬਦ ਹਨ।
5 ਸ਼ਬਦ ਹਨ ਸੋਹਿਲਾ ਸਾਹਿਬ ਜੀ ਦੀ ਬਾਣੀ ਵਿੱਚ। ਪਰ ਹੁਣ ਗੁਰਮੁਖ ਕਹਿੰਦੇ ਆ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਨੇ ਕੁਝ ਸ਼ਬਦ ਸਿੱਖਾਂ ਨੂੰ ਹੋਰ ਪੜ੍ਹਨ ਨੂੰ ਕਹੇ ਸਨ। ਜਿਵੇਂ ਰਾਤ ਨੂੰ ਸੌਣ ਲੱਗਿਆਂ ਗੁਰ ਕਾ ਸ਼ਬਦ ਰਖਵਾਰੇ, ਚੌਕੀ ਚੌਗਿਰਦ ਹਮਾਰੇ, ਸੋਰਠ ਮਹੱਲਾ ਪੰਜਵਾਂ। ਇਹ ਸ਼ਬਦ ਹੈ ਤਾਤੀ ਵਾਉ ਨਾ ਲੱਗਈ, ਇਹ ਸ਼ਬਦ ਹੈ ਸਿਰ ਮਸਤਕ ਰੱਖਿਆ ਪਾਰ ਬ੍ਰਹਮੰ, ਇਹ ਸ਼ਬਦ ਹੈ। ਉਂਝ ਪੰਜ ਸ਼ਬਦ ਲਿਖੇ ਗਏ ਤੇ ਪਿਆਰ ਵਾਲੇ ਸਿੱਖ ਜਿਹੜੇ ਦਾਸ ਨੇ ਸ਼ਬਦ ਬੇਨਤੀ ਕੀਤੇ, ਇਹ ਵੀ ਸ਼ਬਦਾਂ ਦਾ ਪਾਠ ਕਰਦੇ ਐ। ਪਰ ਪਹਿਲਾਂ ਆਪਾਂ ਜਿੰਨੇ ਕਥਾ ਸੁਣ ਰਹੇ ਆ ਇਹ ਵਿਚਾਰ ਕਰੀਏ ਵੀ ਆਪਾਂ ਨੂੰ ਜ਼ੁਬਾਨੀ ਯਾਦ ਹੈ। ਪਿਆਰ ਵਾਲੇ ਤੇ ਫਿਰ ਜ਼ੁਬਾਨੀ ਯਾਦ ਕਰਦੇ ਸਾਧ ਸੰਗਤ ਜੀ। ਚਲੋ ਆਪਣੇ ਦਿਮਾਗ ਦੀ ਖੇਡ ਹੈ, ਕਈਆਂ ਨੂੰ ਨਹੀਂ ਵੀ ਹੁੰਦਾ, ਪਰ ਕੋਸ਼ਿਸ਼ ਕਰੋ ਸਾਰੇ ਹੀ। ਕਿਉਂਕਿ ਸੋਹਿਲਾ ਸਾਹਿਬ ਜੀ ਦੀ ਬਾਣੀ ਤੇ ਨੇਤਰ ਬੰਦ ਕਰਕੇ ਚੌਂਕੜਾ ਮਾਰ ਕੇ ਤੇ ਸਾਧ ਸੰਗਤ ਜੀ ਜ਼ੁਬਾਨੀ ਪੜ੍ਹਨ ਦਾ ਹੀ ਆਨੰਦ ਆਉਂਦਾ। ਮਹਾਰਾਜ ਕਹਿਣ ਲੱਗੇ ਗੁਰਮੁਖਾ, ਸੋਵਨ ਸਮੇਂ ਬਖਾਨੀਏ ਕੰਠ ਸੋਹਿਲਾ ਜੋਏ। ਜਿਹੜਾ ਸੋਹਿਲਾ ਸਾਹਿਬ ਦਾ ਪਾਠ ਤੈਨੂੰ ਜ਼ੁਬਾਨੀ ਯਾਦ ਹੈ ਨਾ, ਇਹਨੂੰ ਰਾਤ ਨੂੰ ਸੌਣ ਲੱਗਿਆਂ ਪੜਿਆ ਕਰ। ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਇਹ ਮਰਿਆਦਾ ਦੱਸੀ ਕੀ ਹੋਏਗਾ। ਰਾਤ ਨੂੰ ਸੌਣ ਲੱਗਿਆਂ ਪੜੇਗਾ ਕੀ ਹੋਏਗਾ। ਹਾਂਜੀ। ਅਧਿਕ ਖੁਸ਼ੀ ਹਮਰੋ ਕਰੀ, ਦ્વੈਤ ਹਿਰਦੈ ਤੇ ਖੋਏ। ਮਹਾਰਾਜ ਕਹਿੰਦੇ ਤੈਨੂੰ ਜ਼ਿਆਦੀ ਖੁਸ਼ੀ ਮਿਲੇਗੀ ਸਾਡੀ, ਹਿਰਦੇ ਵਿੱਚੋਂ ਦ્વੈਤ ਭਾਵ ਦੂਰ ਹੋਏਗਾ ਤੇ ਖੁਸ਼ੀ ਤੈਨੂੰ ਜ਼ਿਆਦੀ ਮਿਲੇਗੀ। ਹੁਣ ਦਾਸ ਬੇਨਤੀ ਕਰੇ ਸਾਧ ਸੰਗਤ ਜੀ 1 ਮਿੰਟ ਵਾਸਤੇ ਇਸ ਗੱਲ ਨੂੰ ਧਿਆਨ ਨਾਲ ਸੁਣ ਲਿਓ ਇੱਕ ਵਾਰੀ। ਸੋਹਿਲਾ ਸਾਹਿਬ ਜੀ ਦੀ ਮਰਜ਼ਾਦਾ ਹੈ ਕੁਰਲਾ ਕਰਕੇ ਰਾਤ ਨੂੰ 5 ਇਸ਼ਨਾਨਾ ਕਰਕੇ ਜਲ ਵਰਤ ਕੇ ਸਰਾਣੇ ਵੱਲ ਨੂੰ ਮੁੱਖ ਕਰ ਲੈਣਾ। ਸਰਾਣੇ ਵੱਲ ਨੂੰ ਤਾਂ ਫਿਰ ਪਿਆਰ ਦੇ ਨਾਲ ਇਸ ਬਾਣੀ ਦਾ ਪਾਠ ਕਰਨਾ ਜੀ, ਨੇਤਰ ਬੰਦ ਕਰਕੇ। ਤੇ ਸਭ ਤੋਂ ਪਹਿਲਾਂ ਕਰਨਾ ਕੀ, ਧਿਆਨ ਗੁਰੂ ਨਾਨਕ ਸਾਹਿਬ ਦਾ ਧਾਰਨਾ। ਇਹ ਕੰਮ ਕਰਨ ਲੱਗੇ ਆ। ਹਾਂਜੀ। ਚੌਪਈ ਸੁਨ ਅਯਾਲ ਨੇ ਬਿਨੈ ਉਚਾਰੀ। ਅਯਾਲ ਨੇ ਆਜੜੀ ਨੇ ਸੁਣ ਕੇ ਮਹਾਰਾਜ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਨੂੰ ਇਸ ਤਰ੍ਹਾਂ ਬੇਨਤੀ ਕੀਤੀ, ਅਬ ਜਿਉ ਹੋਏ ਰਜ਼ਾਏ ਤੁਮਹਾਰੀ। ਮਹਾਰਾਜ ਜਿਵੇਂ ਤੁਹਾਡੀ ਖੁਸ਼ੀ, ਮਹਾਰਾਜ ਜਿਵੇਂ ਆਪ ਜੀ ਦਾ ਹੁਕਮ, ਤਿਉ ਮੈਂ ਕਰਹੁ ਧਰ ਔਰ ਪ੍ਰੀਤੀ। ਮਹਾਰਾਜ ਮੈਂ ਉਸੇ ਤਰ੍ਹਾਂ ਹੀ ਕਰਾਂਗਾ ਸੱਚੇ ਪਾਤਸ਼ਾਹ, ਮੈਂ ਉਸੇ ਤਰ੍ਹਾਂ ਹੀ ਕਰਾਂਗਾ ਪ੍ਰੇਮ ਨਾਲ। ਸੋਈ ਲਖਾਂ ਸ਼ਾਂਤ ਦਾ ਰੀਤੀ। ਕਿਉਂ ਬਾਣੀ ਨੂੰ ਪੜ੍ਹਨ ਦਾ ਵੀ ਨਿਯਮ ਹੈ। ਮੈਂ ਇੱਥੇ ਬੇਨਤੀ ਕਰਦਿਆਂ ਕਈ ਕਹਿੰਦੇ ਆ ਇਹ ਐਵੇਂ ਹੀ ਗੱਲਾਂ ਬਣਾਈਆਂ ਨੇ। ਬਾਣੀ ਨੂੰ ਪੜ੍ਹਨ ਦਾ ਇੱਕ ਨਿਯਮ ਹੈ ਸੰਗਤ ਜੀ। ਹੁਣ ਕਿਸੇ ਦਾ ਭੋਗ ਪੈਣਾ ਹੋਵੇ, ਕੋਈ ਮ੍ਰਿਤਕ ਹੋ ਗਿਆ ਪ੍ਰਾਣੀ ਤੇ ਉਹਦਾ ਭੋਗ ਪੈਣਾ, ਤੇ ਆਪਾਂ ਅਰਦਾਸ ਬੇਨਤੀ ਦੇ ਸ਼ਬਦ ਪੜ੍ਹਾਂਗੇ ਨਾ, ਉੱਥੇ ਲਾਵਾਂ ਦਾ ਕੀਰਤਨ ਤਾਂ ਨਹੀਂ ਹੋ ਸਕਦਾ ਵੀ ਬੰਦਾ ਆਖੇ ਜੀ ਉੱਥੇ ਸ਼ੁਰੂ ਕਰੋ ਜਨ ਨਾਨਕ ਪਹਿਲੀ ਲਾਂਵ ਚਲਾਈ ਆਰੰਭ ਕਾਜ ਰਚਾਇਆ। ਤੇ ਇਹੋ ਜਿਹੀ ਬਾਣੀ ਫਿਰ ਜਿਹੜਾ ਐਸੇ ਸਮੇਂ ਤੇ ਇਸ ਬਾਣੀ ਦਾ ਕੀਰਤਨ ਕਰੇਗਾ, ਸਾਰੇ ਪੁੱਛਣਗੇ ਭਾਈ ਜੀ ਇਹ ਅੱਜ ਕਿਹੜਾ ਸ਼ਬਦ ਪੜ੍ਹਤਾ। ਹਰ ਬਾਣੀ ਨੂੰ ਪੜ੍ਹਨ ਦਾ ਸਮਾਂ ਹੈ। ਸੋਹਿਲਾ ਜੀ ਦੀ ਬਾਣੀ ਨੂੰ ਪੜ੍ਹਨ ਦਾ ਸਮਾਂ ਰਾਤ ਨੂੰ ਸੌਣ ਲੱਗਿਆ ਹੈ। ਤਾਂ ਇੱਕ ਕਈ ਇਹ ਵੀ ਤਰਕ ਦਿੰਦੇ ਆ, ਲਓ ਜੀ ਜਦੋਂ ਸ੍ਰੀ ਅਖੰਡ ਪਾਠ ਸਾਹਿਬ ਰੱਖੀਏ ਉਦੋਂ ਤੇ ਸੋਹਿਲਾ ਸਾਹਿਬ ਤੜਕੇ ਹੀ ਆ ਜਾਂਦਾ, ਤਾਂ ਉਦੋਂ ਫਿਰ ਛੱਡ ਦਈਏ। ਇੰਨੀ ਬੁੱਧੀ ਇਹਨਾਂ ਦੀ ਮਲੀਨ ਹੈ, ਇਹਨਾਂ ਨਹੀਂ ਪਤਾ ਵੀ ਉਹ ਅਖੰਡ ਪਾਠ ਸਾਹਿਬ ਹੈ। ਅਖੰਡ ਦਾ ਮਤਲਬ ਹੁੰਦਾ ਕੰਟੀਨਿਊ, ਲਗਾਤਾਰ, ਇੱਕ ਰਸ, ਇੱਕ ਓਅੰਕਾਰ ਤੋਂ ਲੈ ਕੇ 18 10 20 ਤੱਕ ਲਗਾਤਾਰ ਪਾਠ ਕਰਨਾ। ਪਰ ਜਿਹੜਾ ਨਿੱਜੀ ਨਿਤਨੇਮ ਹੈ ਉਹਦਾ ਤਾਂ ਸਾਧ ਸੰਗਤ ਜੀ ਇੱਕ ਨੇਮ ਹੈ ਨਾ। ਹੁਣ ਤੜਕੇ ਹੀ ਅੰਮ੍ਰਿਤ ਵੇਲੇ ਭਾਈ ਸਾਹਿਬ ਸਪੀਕਰ ਵਿੱਚ ਰਹਿਰਾਸ ਸਾਹਿਬ ਦਾ ਪਾਠ ਸ਼ੁਰੂ ਕਰ ਦੇਣ, ਆਪਾਂ ਇਸ ਗੱਲ ਨੂੰ ਪ੍ਰਵਾਨ ਨਹੀਂ ਕਰਾਂਗੇ। ਆਪਾਂ ਕਹਾਂਗੇ ਜਪਜੀ ਸਾਹਿਬ ਦਾ ਪਾਠ ਕਰ ਭਾਈ।
ਕਿਉਂਕਿ ਰਹਿਰਾਸ ਸਾਹਿਬ ਦਾ ਸਮਾਂ ਸ਼ਾਮਾਂ ਦਾ ਹੈ। ਦਵਾਈ ਖਾਂਦੇ, ਡਾਕਟਰ ਦਵਾਈ ਦਾ ਸਮਾਂ ਬਣਦਾ, ਇੰਨੀਆਂ ਗੋਲੀਆਂ, ਆਹ ਗੋਲੀ ਸਵੇਰੇ ਖਾਣੀ ਹੈ, ਆਹ ਗੋਲੀ ਸ਼ਾਮ ਨੂੰ ਖਾਣੀ ਹੈ, ਆਹ 2 ਦੁਪਹਿਰੇ ਖਾਇਓ, ਆਹ ਸ਼ਾਮ ਨੂੰ ਨਾ ਖਾਇਓ, ਆਹ ਰਾਤੀ ਸੌਣ ਲੱਗਿਆਂ ਖਾਇਓ। ਇਸ ਤਰ੍ਹਾਂ ਡਾਕਟਰ ਕਹਿੰਦਾ। ਕਦੀ ਕਿਸੇ ਨੇ ਡਾਕਟਰ 'ਤੇ ਨਹੀਂ ਤਰਕ ਕੀਤੀ ਅਤੇ ਸਤਿਗੁਰੂ ਦੀ ਬਾਣੀ 'ਤੇ ਤਰਕ ਕਰਦੇ। ਲਓ ਜੀ, ਇਹ ਅਖੰਡ ਪਾਠ ਸਾਹਿਬ ਵਿੱਚ ਤੇ ਤੜਕੇ ਆ ਜਾਂਦੀ ਹੈ, ਫਿਰ ਇਹ ਕਿਉਂ ਪੜ੍ਹਦੇ ਹੋ? ਤੜਕੇ ਕਿਉਂ ਪੜ੍ਹਦੇ ਹੋ ਭਾਈ? ਉਹ ਅਖੰਡ ਪਾਠ ਸਾਹਿਬ ਹੈ। ਉਂਝ ਤੁਸੀਂ ਕਥਾ ਸੁਣੀ, ਮਹਾਰਾਜ ਨੇ ਉਸ ਆਜੜੀ ਨੂੰ ਆਖਿਆ ਇਹਨੂੰ ਰਾਤ ਨੂੰ ਪੜ੍ਹਿਆ ਕਰ ਸੌਣ ਲੱਗਿਆਂ। ਤਾਂ ਸਾਧ ਸੰਗਤ ਜੀ ਉਹਨੇ ਵੀ 7 ਬਚਨ ਆਖਿਆ ਅੱਗੋਂ। ਹਾਂਜੀ, ਨਿਕਟ ਜੇ ਨਰ ਭੇ ਬਿਸਮੇ ਤਬ ਹੀ। ਉਹ ਲਾਗੇ ਲਾਗੇ ਜਿਹੜੇ ਮਨੁੱਖ ਬੈਠੇ ਸਨ, ਸੰਗਤ ਦੇ ਪ੍ਰੇਮੀ, ਉਹ ਸਾਰੇ ਬੜੇ ਹੈਰਾਨ ਹੋ ਗਏ। ਕਮਾਲ ਹੈ, ਇਹ ਪਿਆਰ ਨਾਲ ਬਾਣੀ ਪੜ੍ਹਦਾ ਸੀ, ਗੁਰੂ ਨੇ ਇਹਨੂੰ ਕੰਢੇ ਨਹੀਂ ਚੁੱਭਣ ਦਿੱਤੇ, ਆਪਣੇ ਤੇ ਲੈ ਲਏ ਮਹਾਰਾਜ ਨੇ। ਹਾਂਜੀ, ਧਰ ਹੈ ਗੁਰੂ ਪਰ ਸ਼ਰਧਾ ਸਭ ਹੀ। ਸਾਰੇ ਹੀ ਫਿਰ ਮਹਾਰਾਜ ਜੀ ਤੇ ਸ਼ਰਧਾ ਧਾਰੀ ਸਾਰਿਆਂ ਨੇ। ਹੋਰ ਸ਼ਰਧਾ ਵੱਧ ਗਈ ਗੱਲ ਸੁਣ ਕੇ। ਵੇਖਿਓ ਲੋਚਨ ਕਾਰਨ ਜੋਈ, ਦ੍ਰਿੜ ਪ੍ਰਤੀਤ ਹਿਰਦੈ ਮੈਂ ਹੋਈ। ਸਾਰਿਆਂ ਨੇ ਵੇਖ ਜੂ ਲਿਆ ਜਦੋਂ ਆਇਆ ਜਿਹੜੀ ਵਾਕਈ ਸੋਹਿਲਾ ਜੀ ਦੀ ਬਾਣੀ ਦਾ ਪਾਠ ਕਰ ਰਿਹਾ ਸੀ, ਗੱਲ ਸਾਹਮਣੇ ਜੂ ਵਰਤੀ। ਤੇ ਸਾਧ ਸੰਗਤ ਜੀ ਫਿਰ ਸਾਰਿਆਂ ਦੀ ਸ਼ਰਧਾ ਹੋਰ ਵੱਧ ਗਈ ਜੀ ਮਹਾਰਾਜ ਜੀ ਦੀ ਬਾਣੀ ਵਿੱਚ ਤੇ ਸਤਿਗੁਰੂ ਜੀ ਦੇ ਵਿੱਚ। ਹਾਂਜੀ, ਪੜ੍ਹੈ ਸੋਹਿਲਾ ਸੋਵਨ ਕਾਲਾ, ਹਿਰਦੈ ਧਰ ਕੇ ਗਿਆਨ ਵਿਸਾਲਾ। ਹਿਰਦੈ ਧਰ ਕੇ ਧਿਆਨ ਵਿਸਾਲਾ। ਜਿਹੜਾ ਹਿਰਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਦਾ ਧਿਆਨ ਧਾਰ ਕੇ ਰਾਤ ਨੂੰ ਸੌਣ ਲੱਗਿਆਂ ਸੋਹਿਲਾ ਜੀ ਦਾ ਪਾਠ ਕਰੇਗਾ। ਫਿਰ ਬੇਨਤੀ ਹੈ, ਸੋਹਿਲਾ ਜੀ ਦਾ ਪਾਠ ਸੁਚੇਤ ਹੋ ਕੇ ਕਰਨਾ। ਕਈ ਲੰਮੇ ਪੈ ਕੇ ਵੀ ਕਰ ਲੈਂਦੇ ਆ, ਤੇ ਮਾਫ ਕਰਿਓ ਫਿਰ ਇੱਕ ਅੱਧਾ ਹੀ ਸ਼ਬਦ ਹੁੰਦਾ, ਸਾਰੇ ਸ਼ਬਦ ਪੂਰੇ ਨਹੀਂ ਝੇਮਦੇ। ਕੁਰਲੀ ਕਰਕੇ ਸਾਵਧਾਨ ਹੋ ਕੇ, ਜਲ ਵਰਤ ਕੇ, ਸਿਰਹਾਣੇ ਵੱਲ ਮੁੱਖ ਕਰਕੇ ਸੋਹਿਲਾ ਜੀ ਦਾ ਪਾਠ ਕਰਨਾ ਹੈ, ਗੁਰੂ ਨਾਨਕ ਸਾਹਿਬ ਦਾ ਧਿਆਨ ਧਾਰ ਕੇ। ਜਿਹੜਾ ਇਹ ਕੰਮ ਕਰਦਾ ਹੈ, ਤਿਨਕਾ ਹੋਇ ਸਤਿਗੁਰ ਰਖਵਾਰਾ। ਭਾਈ ਫਿਰ ਉਹਨਾਂ ਦੇ ਗੁਰੂ ਸਾਹਿਬ ਰਖਵਾਲੇ ਹੁੰਦੇ ਆ। ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਮਹਾਰਾਜ ਸੱਚੇ ਪਾਤਸ਼ਾਹ ਫਿਰ ਐਸੇ ਜੀਵਾਂ ਦੀ ਰਾਖੀ ਕਰਦੇ ਆ, ਐਸਿਆਂ ਤੇ ਮਿਹਰਾਂ ਕਰਦੇ, ਬਖਸ਼ਿਸ਼ਾਂ ਕਰਦੇ ਆ। ਜਿਹੜਾ ਸਾਧ ਸੰਗਤ ਜੀ ਰਾਤ ਨੂੰ ਸੌਣ ਲੱਗਿਆਂ ਸੋਹਿਲਾ ਜੀ ਦਾ ਪਾਠ ਕਰਦਾ, ਉਹਨੂੰ ਮਾੜੇ ਸੁਪਨੇ ਨਹੀਂ ਆਉਂਦੇ ਜੀ। ਰਾਤ ਕੋਈ ਡਰਾਉਣੀਆਂ ਚੀਜ਼ਾਂ ਨੇੜੇ ਨਹੀਂ ਆਉਂਦੀਆਂ। ਕਈ ਬੰਦਿਆਂ ਨੂੰ ਐਸੀਆਂ ਸ਼ਿਕਾਇਤਾਂ ਹੁੰਦੀਆਂ, ਉਹ ਕਹਿੰਦੇ ਜੀ ਸਾਨੂੰ ਰਾਤ ਡਰ ਲੱਗਦਾ। ਡਰ ਲੱਗਦਾ, ਸੋਹਿਲਾ ਜੀ ਦਾ ਪਾਠ ਕਰੋ, ਸੋਹਿਲਾ ਜੀ ਦਾ ਪਾਠ ਕਰੋ, ਬੜਾ ਵਧੀਆ। ਬੱਚਿਆਂ ਨੂੰ ਨੀਂਦ ਨਹੀਂ ਸੀ ਆਉਂਦੀ, ਮਾਵਾਂ ਲੋਰੀਆਂ ਦਿੰਦੀਆਂ ਨੇ, ਸਿਰ ਥਾਪੜਦੀਆਂ ਨੇ। ਉਹ ਲੋਰੀ ਦੇ ਨਾਲ ਬੱਚੇ ਨੂੰ ਨੀਂਦ ਆ ਜਾਂਦੀ ਹੈ। ਸੋਹਿਲਾ ਵੀ ਸਤਿਗੁਰੂ ਨੇ ਸਾਨੂੰ ਲੋਰੀ ਦਿੱਤੀ ਹੈ, ਜਿਹਦੇ ਨਾਲ ਵਧੀਆ ਨੀਂਦ ਆਉਂਦੀ ਹੈ। ਰੱਬ ਦੀ ਸਿਫਤ ਹੈ, ਪਰਮੇਸ਼ਰ ਦੀ ਸਿਫਤ ਹੈ। ਤੇ ਇੱਕ ਹੋਰ ਬੇਨਤੀ, ਸੋਹਿਲਾ ਸਾਹਿਬ ਦਾ ਪਾਠ ਕਰਕੇ ਜਿਹੜਾ ਸਿੱਖ ਸੁੱਤਾ ਹੋਵੇ, ਜਦੋਂ ਤੜਕੇ ਉੱਠੇਗਾ ਉਹਦੇ ਅੰਦਰੋਂ ਆਪੇ ਵਾਹਿਗੁਰੂ ਵਾਹਿਗੁਰੂ ਨਿਕਲੇਗਾ। ਇਹ ਪ੍ਰੈਕਟੀਕਲ ਗੱਲ 'ਚ ਇਹ ਕਹੀ ਸੁਣੀ ਗੱਲ ਨਹੀਂ ਹੈ, ਗੁਰਮੁਖਾਂ ਦੀਆਂ ਪ੍ਰੈਕਟੀਕਲ ਗੱਲਾਂ ਨੇ, ਗੁਰਮੁਖਾਂ ਦੀਆਂ। ਔਰ ਇੱਕ ਹੋਰ ਬੇਨਤੀ, ਸਾਧ ਸੰਗਤ ਜੀ, ਜੇ ਸੋਹਿਲਾ ਸਾਹਿਬ ਕੀਤਾ, ਰਾਤ ਨੂੰ ਤੁਸੀਂ ਆਰਾਮ ਕਰਨ ਲਈ ਪੈ ਗਏ ਹੋ, ਮੰਨ ਲਓ ਬੰਦੇ ਦੀ ਉਮਰ ਪੂਰੀ ਹੋ ਗਈ, ਬੰਦਾ ਸੁੱਤਾ ਹੀ ਸੌਂ ਗਿਆ, ਭਾਵ ਪ੍ਰਾਣ ਪੂਰੇ ਹੋ ਗਏ ਆ, ਤੇ ਚੇਤਾ ਰੱਖਿਓ ਤਿਨਕਾ ਹੋਵੇ ਸਤਿਗੁਰ ਰਖਵਾਰਾ। ਗੁਰੂ ਨਾਨਕ ਸਾਹਿਬ ਕਹਿੰਦੇ ਫਿਰ ਅਸੀਂ ਉਹਦੀ ਰਾਖੀ ਕਰਦੇ ਹਾਂ। ਟੇਢੀਆਂ ਮੇਢੀਆਂ ਜੂਨਾਂ 'ਚ ਨਹੀਂ ਪੈਣ ਦਿੰਦੇ, ਉਹਦੀ ਆਤਮਾ ਨੂੰ ਭਟਕਣ ਨਹੀਂ ਦਿੰਦੇ। ਸੋਹਿਲਾ ਸਾਹਿਬ ਜੀ ਦਾ ਪਾਠ ਸੌਂ ਕੇ ਸੁੱਤਾ ਸਿੱਖ ਰਾਤ ਨੂੰ ਜੇ ਉਹ ਸਰੀਰ ਵੀ ਤਿਆਗ ਦੇ, ਗੁਰੂ ਨਾਨਕ ਸਾਹਿਬ ਉਹਦੀ ਆਤਮਾ ਦੀ ਵੀ ਰਾਖੀ ਕਰਦੇ ਜੇ। ਇਹ ਸਾਡੀ ਮਰਜ਼ਾਦਾ ਬੜੀ ਵੱਡੀ ਹੈ। ਔਰ ਮੈਨੂੰ ਮੁਆਫ ਕਰਿਓ, ਇਹ ਗੱਲ ਕਹਿਣੀ ਪੈ ਰਹੀ, ਲੜੀਵਾਰ ਕਥਾ ਕਰਨੀ ਮੈਨੂੰ ਪਤਾ ਹੈ,
ਪਰ ਮੈਨੂੰ ਇਹ ਵੀ ਗੱਲ ਕਹਿਣੀ ਪੈ ਰਹੀ ਹੈ, ਅੱਜ ਤੱਕ ਇੰਨੇ ਸਾਲ ਹੋ ਗਏ ਆ, ਸਾਡੇ ਬੰਦਿਆਂ ਨੂੰ ਮਰਜ਼ਾਦਾ ਹੀ ਸਮਝ ਨਹੀਂ ਆਈ ਜੀ। ਔਰ ਆ 10-20 ਸਾਲਾਂ ਵਿੱਚ ਤੇ ਜ਼ਿਆਦਾ ਹੀ ਮਰਜ਼ਾਦਾ ਦਾ ਘਾਣ ਹੋ ਗਿਆ। ਰਾਤ ਫੋਨ ਵੇਖ ਵੇਖ ਕੇ ਸੌਂ ਜਾਂਦੇ ਆ, ਤੇ ਸੋਹਿਲਾ ਜੀ ਦਾ ਪਾਠ ਤਾਂ ਕਿੱਥੋਂ ਕਰਦਾ ਬੰਦਾ ਜੀ। ਸੋ ਇਸ ਕਰਕੇ ਇਹਨਾਂ ਗੱਲਾਂ ਦਾ ਧਿਆਨ ਰੱਖਣਾ ਹੈ। ਹਾਂਜੀ। ਵਿਘਨ ਸਭ ਕੇ ਦੁਖ ਨਿਵਾਰਾ। ਮਹਾਰਾਜ ਕਹਿੰਦੇ ਉਹਦੇ ਸਾਰੇ ਵਿਘਨ ਦੂਰ ਹੋ ਜਾਂਦੇ ਆ ਜਿਹੜਾ ਸੋਹਿਲਾ ਜੀ ਦਾ ਪਾਠ ਕਰਦਾ ਹੈ। ਇੱਕ ਸਿੱਖ ਗੁਰੂ ਅਰਜਨ ਸਾਹਿਬ ਕੋ ਆਇਆ, ਕਹਿੰਦਾ ਮਹਾਰਾਜ ਮੈਂ ਗਾਵਾਂ ਮੱਝਾਂ ਦਾ ਵਪਾਰ ਕਰਦਾ, ਜਿੱਥੇ ਵਪਾਰ ਕਰਨ ਜਾਂਦਾ ਰਾਤ ਗਾਵਾਂ ਮੱਝਾਂ ਲੈ ਕੇ ਜਦੋਂ ਅਸੀਂ ਜਾਂਦੇ ਰਾਤ ਸੋਨੇ ਚੋਰੀ ਹੋ ਜਾਂਦੀਆਂ। ਮਹਾਰਾਜ ਕਹਿੰਦੇ ਕੋਈ ਨਹੀਂ, ਸੋਹਿਲਾ ਸਾਹਿਬ ਦਾ ਪਾਠ ਕਰਿਆ ਕਰ, ਕੀਰਤਨ ਸੋਹਿਲਾ। ਜਿੱਥੇ ਸੌਣਾ ਸੋਹਿਲਾ ਜੀ ਦਾ ਪਾਠ ਕਰਕੇ ਸੋਇਆ ਕਰ, ਮਹਾਰਾਜ ਤੇਰੇ ਵੀ ਰਾਖੇ ਹੋਣਗੇ, ਤੇਰੇ ਸਮਾਨ ਦੇ ਵੀ ਰਾਖੇ ਹੋਣਗੇ। ਕਿਉਂਕਿ ਬਾਣੀ ਬੜੀ ਵੱਡੀ ਹੈ। ਬਾਣੀ ਨੂੰ ਆਪਾਂ ਕੀ ਸਮਝਦੇ ਹਾਂ? ਗੁਰਬਾਣੀ ਕੱਲੀ ਆਤਮਕ ਸੇਧ ਹੀ ਨਹੀਂ ਦਿੰਦੀ, ਕੱਲਾ ਅੰਦਰ ਦਾ ਹੀ ਭਲਾ ਨਹੀਂ ਕਰਦੀ। ਗੁਰਬਾਣੀ ਸਾਧ ਸੰਗਤ ਜੀ ਸਾਡਾ ਬਾਹਰ ਦਾ ਪੈਰਾ ਵੀ ਠੀਕ ਰੱਖਦੀ ਹੈ, ਸਾਨੂੰ ਸੰਸਾਰ ਦੇ ਸੁੱਖ ਵੀ ਸਾਰੇ ਦਿੰਦੀ ਹੈ। ਸੋ ਮਹਾਰਾਜ ਗੁਰੂ ਨਾਨਕ ਸਾਹਿਬ ਕਹਿੰਦੇ ਬਿਗਨ ਸਰਬ ਦੇ ਦੁਖ ਨਿਵਾਰਾ। ਬਿਗਨ ਸਾਰੇ ਦੂਰ ਕਰ ਦਿੰਦੀ ਹੈ ਸੋਹਿਲਾ ਜੀ ਦੀ ਬਾਣੀ। 3 ਬਰਖ ਜਬ ਇਸ ਬਿਦ ਬੀਤੀ। ਸੋ ਸਾਰਿਆਂ ਨੇ ਸਤ ਬਚਨ ਕੀਤਾ। ਸਾਧ ਸੰਗਤ ਜੀ ਸਾਰੇ ਸਿੱਖਾਂ ਨੂੰ ਫਿਰ ਮਰਜ਼ਾਦਾ ਹੀ ਬਣ ਗਈ। ਭਾਈ ਰਾਤ ਨੂੰ ਪੈਣ ਲੱਗਿਆ ਸੋਹਿਲਾ ਜੀ ਦੀ ਬਾਣੀ ਪੜ੍ਹਨੀ। ਕਰਤਾਰਪੁਰ ਸਾਹਿਬ ਵਿੱਚ ਜਿੰਨੇ ਸਿੱਖ ਹੁੰਦੇ ਉਹਨਾਂ ਨੂੰ ਇਸ ਮਰਿਆਦਾ ਦਾ ਪਤਾ ਲੱਗਦਾ। ਅੰਮ੍ਰਿਤ ਵੇਲੇ ਜਪਜੀ ਸਾਹਿਬ ਦਾ ਪਾਠ ਕਰਨਾ, ਸੋਦਰ ਆਰਤੀ ਸ਼ਾਮ ਨੂੰ ਕਰਨੀ ਹੈ, ਤੇ ਰਾਤ ਨੂੰ ਸੋਹਿਲਾ ਜੀ ਦਾ ਪਾਠ ਕਰਨਾ। ਤਾਂ ਸਾਧ ਸੰਗਤ ਜੀ ਇਸ ਤਰ੍ਹਾਂ ਇਹ ਮਰਿਆਦਾ ਸ੍ਰੀ ਕਰਤਾਰਪੁਰ ਸਾਹਿਬ 'ਤੇ ਪ੍ਰਚਲਿਤ ਹੋਈ ਹੈ। ਅੱਗੋਂ ਫਿਰ 3 ਸਾਲ ਇਸ ਤਰੀਕੇ ਨਾਲ ਸਤਿਗੁਰੂ ਜੀ ਨੂੰ ਬਤੀਤ ਹੋ ਗਏ, ਸਫਲ ਹੋ ਗਏ ਸੇਵਾ ਕਰਦਿਆਂ। ਹਾਂਜੀ। ਲਹਿਣਾ ਸੇਵ ਕਰੇ ਯੁੱਧ ਪ੍ਰੀਤੀ। ਭਾਈ ਲਹਿਣਾ ਜੀ ਬੜੇ ਪਿਆਰ ਨਾਲ ਸਤਿਗੁਰੂ ਦੀ ਸੇਵਾ ਕਰਦੇ ਜੀ, ਬੜੇ ਪਿਆਰ ਨਾਲ। ਹਾਂਜੀ। ਪੁੰਨ ਨਿਕੇਤ ਸੁਧ ਲੈਨੇ ਕਾਰਨ, ਆਇਸ ਦੀਨੀ ਦੰਭ ਬਿਦਾਰਨ। ਤੇ 3 ਸਾਲ ਹੋ ਗਏ, 3 ਸਾਲ ਇੱਕ ਰਸ ਸੇਵਾ ਕਰਦਿਆਂ। ਤੇ ਸਾਧ ਸੰਗਤ ਜੀ 3 ਸਾਲਾਂ ਬਾਅਦ ਗੁਰੂ ਸਾਹਿਬ ਨੇ ਕਿਹਾ ਲਹਿਣਾ ਜੀ ਜਾਓ ਜਾ ਕੇ ਘਰਦਿਆਂ ਦਾ ਪਤਾ ਲੈ ਆਓ। ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਅੱਜ ਮੇਰੇ ਵਰਗਾ ਦੂਜੇ ਦਿਨ ਹੀ ਛੁੱਟੀ ਦੀ ਤਿਆਰੀ ਕਰਕੇ ਬੈਠਾ ਹੁੰਦਾ ਹੈ, ਦੂਜੇ ਦਿਨ ਹੀ ਵੀ ਅੱਜ ਛੁੱਟੀ ਕਰੀਏ, ਤੇ ਘਰ ਵਾਲਿਆਂ ਨੂੰ ਜਾ ਕੇ ਮਿਲ ਗਏ। 3 ਸਾਲ ਹੋ ਗਏ, 3 ਸਾਲਾਂ ਵਿੱਚ ਭਾਈ ਲਹਿਣਾ ਜੀ ਨੇ ਛੁੱਟੀ ਨਹੀਂ ਮੰਗੀ ਇੱਕ ਵਾਰੀ ਵੀ ਮਹਾਰਾਜ ਮੈਨੂੰ ਛੁੱਟੀ ਦਿਓ। ਮਹਾਰਾਜ ਨੇ ਆਖਿਆ, ਮਹਾਰਾਜ ਕਹਿੰਦੇ ਜਾਓ ਭਾਈ ਘਰਦਿਆਂ ਦੀ ਆਗਿਆ ਲੈ, ਘਰਦਿਆਂ ਦੀ ਸਾਰ ਲੈ ਆਓ। ਹਾਂਜੀ। ਸੁਨਨ ਦੇਸ਼ ਪ੍ਰਭ ਆਏ ਜਾਏ ਨਾ ਮੋਰੀ। ਸਾਧ ਸੰਗਤ ਜੀ ਮਹਾਰਾਜ ਦਾ ਹੁਕਮ ਸੁਣ ਕੇ ਤੇ ਭਾਈ ਲਹਿਣਾ ਜੀ ਨੇ ਫਿਰ ਹੁਕਮ ਮੋੜਨਾ ਥੋੜੀ ਸੀ। ਹਾਂਜੀ। ਬੰਦੇ ਪਦ ਪੰਕਜ ਕਰ ਜੋਰੀ। ਮਹਾਰਾਜ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਤੇ ਹੱਥ ਜੋੜੇ, ਚਰਨਾਂ ਕਮਲਾਂ ਤੇ ਮੱਥਾ ਟੇਕਿਆ। ਗਮਨਿਓ ਪੰਥ ਹਿਰਦੇ ਤਰ ਧਿਆਨਾ। ਤੇ ਮਹਾਰਾਜ ਦਾ ਧਿਆਨ ਧਾਰ ਕੇ, ਸਤਿਗੁਰੂ ਗੁਰੂ ਨਾਨਕ ਸਾਹਿਬ ਦਾ ਧਿਆਨ ਧਾਰ ਕੇ ਖਡੂਰ ਸਾਹਿਬ ਨੂੰ ਤੁਰ ਪਏ। ਵੇਖ ਲਓ, ਜਾ ਖਡੂਰ ਸਾਹਿਬ ਨੂੰ ਰਹੇ ਹੈ ਪਰ ਧਿਆਨ ਮਹਾਰਾਜ ਦੇ ਚਰਨਾਂ 'ਚ ਹੈ। ਮਨ ਥਿਰ ਕਿੰਚਤ ਨਾਹੀ ਡੁਲਾਨਾ। ਐ ਮਨ ਸਥਿਰ ਰੱਖਿਆ ਹੋਇਆ, ਸਰੀਰ ਘਰ ਜਾ ਰਿਹਾ, ਮਨ ਗੁਰੂ ਨਾਨਕ ਸਾਹਿਬ ਦੇ ਚਰਨਾਂ 'ਚ ਪੱਕਾ ਜੀ। ਹਾਂਜੀ। ਕ੍ਰਮ ਕਰ ਪਹੁੰਚ ਖਡੂਰ ਮਝਾਰਾ। ਬਸ ਚਲਦਿਆਂ ਚਲਦਿਆਂ ਸਹਿਜੇ ਸਹਿਜੇ ਖਡੂਰ ਸਾਹਿਬ ਪਹੁੰਚ ਗਏ ਜੀ। ਹਾਂਜੀ। ਪਰਵੇਸ਼ਿਓ ਸਦਨ ਮਿਲਿਓ ਪਰਵਾਰਾ। ਅੱਜ 3 ਸਾਲਾਂ ਬਾਅਦ ਆਪਣੇ ਘਰ ਵਿੱਚ ਆਏ ਗੁਰੂ ਅੰਗਦ ਦੇਵ ਸਾਹਿਬ। ਕਦੋਂ ਦੇ ਗਏ? ਉਹ ਜਦੋਂ ਦਾ ਲੂਣ ਦਾ ਢੇਲਾ ਸਿਰ ਤੇ ਰੱਖ ਕੇ ਤੁਰੇ ਜੀ। 3 ਸਾਲਾਂ ਬਾਅਦ ਆਪਣੇ ਘਰ ਵਿੱਚ ਆ ਕੇ ਪਰਿਵਾਰ ਨੂੰ ਮਿਲੇ ਗਿਲੇ ਜੀ। ਹਾਂਜੀ। ਤਬ ਸਭ ਨਰਨ ਕਾਨ ਸੁਨ ਪਾਇਓ। ਬੜਾ ਔਖਾ ਕੰਮ 'ਚ ਇਹਨਾਂ ਚੀਜ਼ਾਂ ਦਾ ਮਨ 'ਚੋਂ ਮੋਹ ਦੂਰ ਕਰਨਾ। ਤੇ ਤਬ ਸਭ ਨਰਨ ਕਾਨ ਸੁਨ ਪਾਇਓ। ਖਡੂਰ ਸਾਹਿਬ ਦੇ ਲੋਕਾਂ ਨੂੰ ਪਤਾ ਲੱਗਾ
3 ਸਾਲਾਂ ਬਾਅਦ ਲਹਿਣਾ ਜੀ ਵਾਪਸ ਆਏ ਹੈ। ਹਾਂਜੀ, ਕਾਲ ਬਿਤੇ ਬਹੁ ਲਹਿਣਾ ਆਇਓ। ਬੜੇ ਲੰਮੇ ਸਮੇਂ ਬਾਅਦ ਆਪਣੇ ਘਰ ਆਏ ਹੈ ਵਾਪਸ। ਹਾਂਜੀ, ਮਿਲਨ ਹੇਤ ਮਿਲ ਕਰਕੇ ਸਭ ਹੀ। ਤੇ ਸਾਰੇ ਖਡੂਰ ਸਾਹਿਬ ਦੇ ਲੋਕ ਭਾਈ ਲਹਿਣਾ ਜੀ ਨੂੰ ਫਿਰ ਮਿਲਣ ਆਏ ਜੀ। ਹਾਂਜੀ, ਸੁਜਸ ਕਹਿਤ ਚਲ ਆਏ ਤਬ ਹੀ। ਆ ਕੇ ਮਹਾਰਾਜ ਜੀ ਦਾ ਜਸ ਕਰਦੇ, ਭਾਈ ਲਹਿਣਾ ਜੀ ਦੀਆਂ ਸਿਫਤਾਂ ਕਰਦੇ ਜੀ। ਸੱਚਾ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ। ਹਾਂਜੀ, ਆਦਰ ਕਰਨ ਨਰਨ ਸਭ ਤਾਈ। ਹਾਂਜੀ, ਉਠਿਓ ਸੋ ਮੰਚ ਪਰ ਤੇ ਅਗਵਾਈ। ਹੁਣ ਮਹਾਰਾਜ ਨੇ ਵੇਖਿਆ ਪਿੰਡ ਦੇ ਲੋਕ ਮਿਲਣ ਵਾਸਤੇ ਆਏ ਤੇ ਬੈਠੇ ਨਹੀਂ ਰਹੇ ਜੀ। ਭਾਈ ਲਹਿਣਾ ਜੀ ਉੱਠ ਕੇ ਖਲੋ ਕੇ ਮਿਲੇ ਸਾਰਿਆਂ ਨੂੰ। ਹਾਂਜੀ, ਗੁਰਸੋਂ ਲਾਏ ਮਿਲਿਓ ਸਭ ਸੰਗਾ। ਗਰਸੋਂ ਲਾਏ ਮਿਲਿਓ ਸਭ ਸੰਗਾ, ਆਪਣੇ ਗਲੇ ਨਾਲ ਲਾਇਆ ਤੇ ਸਾਰਿਆਂ ਨੂੰ ਮਿਲੇ ਜੀ। ਕੱਲੇ ਕੱਲੇ ਮਨੁੱਖ ਨੂੰ ਪਿਆਰ ਨਾਲ ਮਿਲੇ। ਵੇਖਿਓ ਨਰਨ ਸੁਭਾਉ ਉਤੰਗਾ। ਸਾਰਿਆਂ ਨੇ ਵੇਖਿਆ ਇਹਨਾਂ ਦਾ ਤੇ ਸੁਭਾਅ ਬੜਾ ਵਧੀਆ ਹੋ ਗਿਆ, ਸੁਭਾਅ ਬੜਾ ਉੱਚਾ ਹੋ ਗਿਆ। ਹਾਂਜੀ, ਹੁਤੋ ਸੁਸ਼ੀਲ ਚੌਧਰੀ ਗ੍ਰਾਮੂ। ਉੱਥੇ ਫਿਰ ਸਾਧ ਸੰਗਤ ਜੀ ਇੱਕ ਉਸ ਨਗਰ ਦਾ ਚੌਧਰੀ ਸੀਗਾ ਜੀ, ਖਡੂਰ ਸਾਹਿਬ ਦਾ। ਹਾਂਜੀ, ਉੱਤਮ ਆਹ ਤਖਤ ਮਲ ਨਾਮੂ। ਜਿਹਦਾ ਨਾਮ ਸੀ ਤਖਤ ਮਲ। ਤਖਤ ਮਲ ਚੌਧਰੀ ਹੈ ਖਡੂਰ ਸਾਹਿਬ ਦਾ। ਹਾਂਜੀ, 3 ਤਬ ਆਏ ਬੰਦਨਾ ਕੀਨੀ। ਤਖਤ ਮਲ ਨੂੰ ਪਤਾ ਲੱਗਾ ਵੀ ਲਹਿਣਾ ਜੀ ਗੁਰੂ ਨਾਨਕ ਸਾਹਿਬ ਜੀ ਦੀ ਹਜ਼ੂਰੀ ਚੋਂ ਆਏ ਹੈ ਤੇ 3 ਸਾਲ ਲੰਮਾ ਸਮਾਂ ਸੇਵਾ ਕਰਕੇ ਆਏ ਹੈ। ਉਹ ਚੌਧਰੀ ਹੈ, ਪਰ ਚੌਧਰੀ ਹੁੰਦਿਆਂ ਹੋਇਆਂ ਆ ਕੇ ਉਹਨੇ ਭਾਈ ਲਹਿਣਾ ਜੀ ਨੂੰ ਮੱਥਾ ਟੇਕਿਆ ਜੀ। ਮੱਥਾ ਟੇਕਿਆ ਭਾਵੇਂ ਬੜਾ ਅਮੀਰ ਹੈ। ਹਾਂਜੀ, ਸੇਵ ਨਿਮਰਤਾ ਮਹਿਮਤ ਭੀਨੀ। ਉਹ ਕਿਉਂ? ਉਹ ਬੜਾ ਨਿਮਰਤਾ ਵਾਲਾ ਸੀਗਾ ਜੀ, ਬੜੀ ਨਿਮਰਤਾ ਵਾਲਾ ਤੇ ਸੇਵਾ ਭਾਵ ਵਾਲਾ ਜੀ। ਹਾਂਜੀ, ਤੇਹ ਬਿਲੋਕ ਲਹਿਣਾ ਕਹਿ ਬਚਨਾ। ਉਹਨੂੰ ਵੇਖ ਕੇ ਤੇ ਲਹਿਣਾ ਜੀ ਇਸ ਤਰ੍ਹਾਂ ਕਹਿਣ ਲੱਗੇ, ਮਧੁਰਤਾ ਮ੍ਰਿਦੁਲ ਜਿਨ ਰਚਨਾ। ਬੜੀ ਮਿੱਠੀ ਬਾਣੀ ਵਿੱਚ ਲਹਿਣਾ ਜੀ ਤਖਤ ਮਲ ਨੂੰ ਕਹਿਣ ਲੱਗੇ, ਮਤ ਵਿਸਾਲ ਗੱਲ ਮਿਲੀਏ ਆਈ। ਮਤ ਵਿਸਾਲ ਗੱਲ ਮਿਲੀਏ ਆਈ। ਕਹਿਣ ਲੱਗੇ ਚੌਧਰੀ ਜੀ ਤੁਹਾਡੀ ਤੇ ਮੱਤ ਬੜੀ ਵਧੀਆ ਹੈ, ਤੁਸੀਂ ਮੱਥਾ ਕਿਉਂ ਟੇਕਦੇ ਹੋ? ਤੁਸੀਂ ਗਲੇ ਮਿਲੋ ਆ ਕੇ। ਗੁਰਸਿੱਖ ਪ੍ਰੀਤ ਗੁਰ ਮਿਲੇ ਗਲਾਟੇ। ਸਿੱਖ ਦੀ ਵੀ ਪ੍ਰੀਤੀ ਆ ਵੀ ਮੈਨੂੰ ਗੁਰੂ ਸਾਹਿਬ ਗਲੇ ਲਾਉਣ। ਤੇ ਤਖਤ ਮਲ ਨੂੰ ਭਾਈ ਲਹਿਣਾ ਜੀ ਕਹਿੰਦੇ ਵੀ ਆਹ ਗਲੇ ਮਿਲ ਸਾਡੇ। ਕਹਿਣ ਲੱਗੇ ਹਾਂਜੀ, ਬੰਧਨ ਕਰ ਕਿਉਂ ਬੈਸਿਓ ਜਾਈ। ਮੱਥਾ ਟੇਕ ਕੇ ਕਿਉਂ ਬੈਠੇ ਚ? ਕਹਿਣ ਲੱਗੇ ਤੁਹਾਨੂੰ ਤੇ ਗਲੇ ਮਿਲਣਾ ਚਾਹੀਦਾ ਮੇਰੇ। ਹਾਂਜੀ, ਸਭ ਨਰਮ ਹੈ ਤੁਮ ਅਧਿਕ ਵਡੇਰੇ। ਕਿਉਂ? ਤੁਸੀਂ ਉਮਰ ਵਿੱਚ ਵੀ ਵੱਡੇ ਹੋ, ਵੈਸੇ ਵੀ ਸਾਡੇ ਨਗਰ ਦੇ ਚੌਧਰੀ ਹੋ। ਹਾਂਜੀ, ਮਨੋਜ ਗ੍ਰਾਮ ਅਨੁਸਾਰ ਸੋ ਤੇਰੇ। ਵੇਖੋ ਸਾਰੇ ਪਿੰਡ ਦੇ ਲੋਕ ਤੁਹਾਡੇ ਅਧੀਨ ਚੱਲਦੇ ਆ ਤੇ ਤੁਸੀਂ ਮੈਨੂੰ ਮੱਥਾ ਟੇਕੀ ਜਾ ਰਹੇ ਹੋ। ਹਾਂਜੀ, ਉੱਚਾ ਪਦ ਕੋ ਪਾਏ ਨਿਮਾਈ। ਹਾਂਜੀ, ਉੱਤਮ ਸੇ ਜਗ ਬਿਖੈ ਗਿਨਾਈ। ਕਹਿਣ ਲੱਗੇ ਅਸਲ ਵਿੱਚ ਜਿਨ੍ਹਾਂ ਦਾ ਮਨ ਉੱਚਾ ਹੁੰਦਾ ਹੈ ਨਾ, ਉਹ ਨੀਵੇਂ ਬਣ ਕੇ ਰਹਿੰਦੇ ਆ। ਉਹ ਨੀਵੇਂ ਬਣ ਕੇ ਰਹਿੰਦੇ ਆ। ਹਾਂਜੀ, ਫਲ ਕੋ ਪਾਏ ਧਰੋਵਰ ਜੋਈ। ਜਿਵੇਂ ਜਿਸ ਰੁੱਖ ਨੂੰ ਫਲ ਲੱਗਦੇ ਉਹਦੀਆਂ ਸ਼ਾਖਾਵਾਂ ਝੁਕ ਜਾਂਦੀਆਂ ਜੀ, ਤੇ ਜਿਹਨੂੰ ਫਲ ਨਹੀਂ ਲੱਗਦੇ ਉਹ ਆਕੜਿਆ ਰਹਿੰਦਾ ਜੀ। ਤੇ ਆਕੜਨਾ ਮੁਰਦੇ ਦੀ ਪਛਾਣ ਹੈ। ਤੁਸੀਂ ਵੇਖੋ ਮੁਰਦਾ ਆਕੜਦਾ, ਜਿਉਂਦਾ ਬੰਦਾ ਨਹੀਂ ਆਕੜਦਾ ਜੀ, ਮੁਰਦਾ ਆਕੜਦਾ। ਮਹਾਰਾਜ ਭਾਈ ਲਹਿਣਾ ਜੀ ਕਹਿਣ ਲੱਗੇ ਅਸਲ 'ਚ ਜਿਸ ਰੁੱਖ ਨੂੰ ਫਲ ਲੱਗ ਜਾਂਦੇ ਆ ਉਹਦੀਆਂ ਟਾਹਣੀਆਂ ਧਰਤੀ ਵੱਲ ਝੁਕ ਜਾਂਦੀਆਂ। ਹਾਂਜੀ, ਸ਼ਾਖਾ ਝੁਕੈ ਧਰਤ ਪਰ ਸੋਈ। ਹਾਂ, ਸ਼ਾਖਾਵਾਂ ਧਰਤੀ ਵੱਲ ਆਪੇ ਝੁਕ ਜਾਂਦੀਆਂ। ਹਾਂਜੀ, ਕਹੈ ਚੌਧਰੀ ਦਵੈ ਕਰ ਜੋਰੇ। ਅੱਗੋਂ ਚੌਧਰੀ ਦੀ ਗੱਲ ਸੁਣਿਓ। ਚੌਧਰੀ ਨੇ ਕੀ ਆਖਿਆ? ਤੁਮ ਸੁਸ਼ੀਲ ਅਤਿਸ਼ੈ ਪ੍ਰਿਯ ਮੋਰੇ। ਵੇਖੋ ਚੌਧਰੀ ਨੇ ਤੇ ਪਹਿਲਾਂ ਦੋਵੇਂ ਹੱਥ ਜੋੜੇ ਤੇ ਹੱਥ ਜੋੜ ਕੇ ਕਹਿਣ ਲੱਗਾ ਜੀ ਤੁਸੀਂ ਬੜੇ ਸੁਸ਼ੀਲ ਹੋ, ਉੱਤਮ ਸੁਭਾਅ ਵਾਲੇ ਹੋ ਤੇ ਮੇਰਾ ਤੁਹਾਡੇ ਨਾਲ ਪੁਰਾਣਾ ਪਿਆਰ ਹੈ। ਹਾਂਜੀ, ਮਹਾਪੁਰਖ ਕੇ ਢਿਗ ਚਿਰ ਕਾਲਾ ਰਹਿ ਕੇ ਕੀਨੀ ਸੇਵ ਵਿਸਾਲਾ। ਤੇ ਦੂਜੀ ਗੱਲ ਤੁਸੀਂ ਮਹਾਪੁਰਖ ਦੇ ਕੋਲ ਰਹਿ ਕੇ ਸੇਵਾ ਕੀਤੀ। ਗੁਰੂ ਨਾਨਕ ਸਾਹਿਬ ਮਹਾਪੁਰਖ ਹਨ।
ਮਹਾਂਪੁਰਖ ਸ਼ਬਦ ਛੋਟਾ ਨਹੀਂ ਹੈ। ਮਹਾਂਪੁਰਖ ਦਾ ਅਰਥ ਹੈ ਬਹੁਤ ਵੱਡੇ ਪੁਰਖ ਹਨ। ਮਹਾਰਾਜ ਮਹਾਂਪੁਰਖ ਹਨ, ਤੁਸੀਂ ਉਹਨਾਂ ਦੇ ਕੋਲ ਸੇਵਾ ਕੀਤੀ ਲੰਮਾ ਸਮਾਂ। ਹਾਂਜੀ, ਮਹਾਂਪੁਰਖ ਕੇ ਭਏ ਸਮਾਨਾ। ਤੇ ਬਸ ਫਿਰ ਉਹ ਚੌਧਰੀ ਤਖਤ ਮੱਲ ਕਹਿਣ ਲੱਗਾ, ਲੈਣਾ ਜੀ ਤੁਸੀਂ ਵੀ ਉਹਨਾਂ ਵਰਗੇ ਮਹਾਂਪੁਰਖ ਹੀ ਹੋ ਗਏ ਹੋ। ਮਹਾਰਾਜ ਦੀ ਬਾਣੀ ਦੀ ਪੰਕਤੀ ਹੈ, ਜੈਸਾ ਸੇਵੇ ਤੈਸਾ ਹੋਏ, ਤੈਸਾ ਹੋਏ। ਜਿਹੋ ਜਿਹੇ ਦੀ ਕੋਈ ਸੇਵਾ ਕਰਦਾ ਉਹੋ ਜਿਹਾ ਹੀ ਉਹ ਬਣ ਜਾਂਦਾ ਹੈ। ਤੇ ਜਿਹੜੇ ਫਿਰ ਆਪਣੇ ਸਤਿਗੁਰੂ ਦੀ ਸੇਵਾ ਕਰਦੇ ਆ, ਮਹਾਰਾਜ ਇੱਕ ਥਾਂ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਕਿਰਪਾ ਕਰਦੇ, ਸਤਿਗੁਰ ਸੇਵਾ ਹੈ ਆਪਣਾ। ਜਿਹੜੇ ਫਿਰ ਆਪਣੇ ਗੁਰੂ ਸਾਹਿਬ ਦੀ ਸੇਵਾ ਕਰਦੇ, ਸੇ ਮਹਾਂਪੁਰਖ ਸੰਸਾਰੇ, ਉਹ ਇਸ ਜਗਤ ਵਿੱਚ ਮਹਾਂਪੁਰਖ ਬਣ ਜਾਂਦੇ ਆ, ਵਧੀਆ ਪੁਰਸ਼ ਬਣਦੇ ਆ, ਲੋਕ ਸਤਿਕਾਰ ਕਰਦੇ। ਤੇ ਅੱਜ ਸਾਡੇ ਕੁਝ ਤਰਕੀ ਬੰਦਿਆਂ ਨੇ ਮਹਾਂਪੁਰਖ ਸ਼ਬਦ ਹੀ ਵਿਗਾੜ ਸੁੱਟਿਆ ਜੀ। ਮਹਾਂਪੁਰਖ ਸ਼ਬਦ ਬਹੁਤ ਵਧੀਆ। ਸੋ ਕਹਿਣ ਲੱਗੇ, ਚੌਧਰੀ ਕਹਿਣ ਲੱਗਾ ਜੀ, ਮਹਾਂਪੁਰਖ ਕੇ ਭਏ ਸਮਾਨਾ, ਮੇਰੇ ਲਈ ਤੇ ਤੁਸੀਂ ਵੀ ਮਹਾਂਪੁਰਖ ਦੇ ਸਮਾਨ ਹੋ ਗਏ ਹੋ। ਤੁਮ ਕੋ ਪੂਜਨ ਮੈਂ ਭਲ ਜਾਨਾ। ਇਸ ਕਰਕੇ ਮੈਂ ਤਾਂ ਇਹ ਜਾਣਦਾ ਵੀ ਤੁਹਾਡੀ ਸੇਵਾ ਕੀਤਿਆਂ ਵੀ ਮੈਨੂੰ ਬੜਾ ਫਲ ਮਿਲੇਗਾ। ਹਾਂਜੀ, ਗਰ ਸੋ ਮਿਲਨ ਯੋਗ ਅਬ ਨਾਹੀ। ਵੇਖ ਲੋ ਸੇਵਾ ਦਾ ਪ੍ਰਤਾਪ। ਪਿੰਡ ਦਾ ਵੱਡਾ ਉਚਿਤ ਮੁਖੀ ਬੰਦਾ ਭਾਈ ਲਹਿਣਾ ਜੀ ਨੂੰ ਕਹਿਣ ਲੱਗਾ, ਮੇਰੇ ਵਿੱਚ ਇੰਨੀ ਯੋਗਤਾ ਨਹੀਂ, ਮੈਂ ਤੁਹਾਡੇ ਗਲੇ ਲੱਗਾ। ਕਹਿਣ ਲੱਗਾ, ਮੇਰੇ ਵਿੱਚ ਇੰਨੀ ਯੋਗਤਾ ਨਹੀਂ ਹੈਗੀ। ਹਾਂਜੀ, ਸੇਵਾ ਕਰਨ ਠੱਟੋ ਮਨ ਮਾਹੀ। ਮੈਂ ਤੇ ਸਗੋਂ ਤੁਹਾਡੀ ਸੇਵਾ ਕਰਨ ਦਾ ਵਿਚਾਰ ਬਣਾਇਆ। ਮੈਂ ਤੇ ਤੁਹਾਡੀ ਸੇਵਾ ਕਰਾਂਗਾ, ਮੇਰੇ 'ਚ ਕਿੱਥੋਂ ਇੰਨੀ ਯੋਗਤਾ, ਮੈਂ ਤੁਹਾਡੇ ਗਲੇ ਲੱਗਾ। ਸੁਣ ਸ਼੍ਰੀ ਲਹਿਣਾ ਹਰਖਿਓ ਭਾਰੀ। ਤੇ ਸੁਣ ਕੇ ਲਹਿਣਾ ਜੀ ਬੜੇ ਪ੍ਰਸੰਨ ਹੋਏ ਜੀ। ਇਹ ਨਹੀਂ ਵੀ ਉਹਨਾਂ ਦੀ ਵਡਿਆਈ ਕੀਤੀ, ਵਡਿਆਈ ਕਰਕੇ ਨਹੀਂ, ਤਖਤ ਮੱਲ ਦੀ ਨਿਮਰਤਾ ਵੇਖ ਕੇ, ਉਹਦੇ ਬਚਨ ਸੁਣ ਕੇ ਖੁਸ਼ ਹੋਏ ਨਿਮਰਤਾ ਵਾਲੇ। ਹਾਂਜੀ, ਖੁਸ਼ੀ ਅਧਿਕ ਤਹਿ ਉਪਰ ਧਾਰੀ। ਤੇ ਫਿਰ ਖੁਸ਼ੀ ਦੇ ਨਾਲ ਇਹ ਬਚਨ ਕੀਤਾ, ਕਹਿਓ ਬਚਨ ਤੂੰ ਅਤ ਬ੍ਰਿਧ ਹੋਵੈ ਹੈ। ਉਹ ਅੱਗੇ ਵੱਡੀ ਉਮਰ ਵਾਲਾ ਸੀ। ਤੇ ਮਹਾਰਾਜ ਭਾਈ ਲਹਿਣਾ ਜੀ ਕਹਿਣ ਲੱਗੇ, ਪਰਮੇਸ਼ਰ ਤੁਹਾਡੀ ਉਮਰ ਲੰਮੀ ਕਰੇ। ਕਹਿਣ ਲੱਗੇ, ਤੁਹਾਡੀ ਉਮਰ ਲੰਮੀ ਕਰੇ। ਹਾਂਜੀ, ਸਤਿਗੁਰ ਭਾਵੈ ਸਭ ਦੁੱਖ ਖੋਵੈ। ਮੇਰੇ ਗੁਰੂ ਨਾਨਕ ਸਾਹਿਬ ਨੂੰ ਤੁਸੀਂ ਚੰਗੇ ਲੱਗੋ ਤੇ ਤੁਹਾਡੇ ਗੁਰੂ ਨਾਨਕ ਸਾਹਿਬ ਦੁੱਖ ਹੀ ਦੂਰ ਕਰਦੇ ਨੇ ਸਾਰੇ। ਹਾਂਜੀ, ਪਾਏ ਸਦਨ ਮੈਂ ਦਰਬ ਪਦਾਰਥ। ਪਾਏ ਸਦਨ ਮਹਿ ਸਰਬ ਪਦਾਰਥ। ਤੁਹਾਡੇ ਘਰ ਵਿੱਚ ਸਾਰੇ ਪਦਾਰਥ ਮੌਜੂਦ ਹੋਣ, ਖੁੱਲਾ ਪਹਿਨਣ ਨੂੰ, ਖਾਣ ਨੂੰ ਤੁਹਾਨੂੰ ਮਿਲੇ ਤੇ ਵੱਧਦਾ ਜਾਵੇ। ਜਾਏ ਪਰਲੋਕ ਹੋਏ ਕਿਰਤਾਰਥ। ਤੇ ਚੌਧਰੀ ਜੀ ਤੁਸੀਂ ਨਿਮਰਤਾ ਰੱਖੀ ਹੈ, ਪਰਲੋਕ ਵਿੱਚ ਜਾ ਕੇ ਤੁਸੀਂ ਤੁਹਾਡਾ ਕਲਿਆਣ ਹੋਏਗਾ। ਹਾਂਜੀ, ਤਬ ਤੇ ਤਿਹ ਨਿਕੇਤ ਕੇ ਮਾਹੀ। ਕਵੀ ਸੰਤੋਖ ਸਿੰਘ ਜੀ ਕਹਿੰਦੇ, ਉਦੋਂ ਦਾ ਚੌਧਰੀ ਤਖਤ ਮੱਲ ਦੇ ਘਰ ਵਿੱਚ ਕਿਸੂ ਵਸਤ ਕੀ ਕਮਤੀ ਨਾਹੀ। ਕਿਸੇ ਵੀ ਵਸਤੂ ਦੀ ਕਮੀ ਨਹੀਂ ਹੈਗੀ। ਜਦੋਂ ਦਾ ਭਾਈ ਲਹਿਣਾ ਜੀ ਨੇ, ਭਾਵ ਗਰੀਬ ਨਵਾਜ ਸੱਚੇ ਪਾਤਸ਼ਾਹ ਧੰਨ ਸਤਿਗੁਰੂ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਨੇ ਬਚਨ ਕਰ ਦਿੱਤਾ ਜੀ। ਹਾਂਜੀ, ਕਰਨੀ ਭਗਤ ਹਿਰਦੈ ਮੈਂ ਜਾਗੀ। ਬਸ ਉਸ ਦਿਨ ਤੋਂ ਚੌਧਰੀ ਤਖਤ ਮੱਲ ਦੇ ਮਨ ਵਿੱਚ ਭਗਤੀ ਕਰਨ ਦਾ ਚਾਅ ਪੈਦਾ ਹੋਇਆ ਜੀ। ਹਾਂਜੀ, ਸਤਿਗੁਰ ਨਾਮ ਸੰਗ ਲਿਵ ਲਾਗੀ। ਤੇ ਮਹਾਰਾਜ ਦੇ ਨਾਮ ਵਿੱਚ ਚੌਧਰੀ ਦਾ ਧਿਆਨ ਲੱਗਣ ਲੱਗ ਪਿਆ ਜੀ। ਹਾਂਜੀ, ਬਾਹਰੋਂ ਕਰਤ ਭਏ ਸਤ ਭਾਊ। ਉਸਤਤ ਕਰੈ ਲੇਤ ਮੁਖ ਨਾਉ। ਬਸ ਫਿਰ ਉਸ ਦਿਨ ਤੋਂ ਸੱਚਾ ਪ੍ਰੇਮ ਕਰਨ ਲੱਗ ਪਏ ਜੀ ਉਹ। ਤੇ ਸਾਧ ਸੰਗਤ ਜੀ, ਉਹ ਫਿਰ ਮੁਖ ਤੋਂ ਨਾਂ ਲੈ ਕੇ ਮਹਾਰਾਜ ਭਾਈ ਲਹਿਣਾ ਜੀ ਦੀ ਉਸਤਤ ਕਰਨ ਲੱਗ ਪਿਆ। ਸ੍ਰੀ ਗੁਰੂ ਅੰਗਦ ਸਾਹਿਬ ਜੀ ਦੀ ਉਸਤਤ ਕਰਨ ਲੱਗ ਪਿਆ। ਤੁਸੀਂ ਤੇ ਸਾਡੇ ਬੇੜੇ ਬੰਨੇ ਲਾ ਦਿੱਤੇ, ਤੁਸੀਂ ਤੇ ਸਾਡਾ ਭਲਾ ਹੀ ਕਰ ਦਿੱਤਾ। ਸੋ ਸਾਧ ਸੰਗਤ ਜਿਹੜੇ ਨਿਮਰਤਾ ਧਾਰਨ ਕਰਦੇ ਆ, ਕਿੰਨੀਆਂ ਕਿੰਨੀਆਂ ਵੱਡੀਆਂ ਖੁਸ਼ੀਆਂ ਮਿਲਦੀਆਂ। ਵੇਖੋ ਤਖਤ ਮੱਲ ਨੇ ਕੀ ਕੀਤਾ, ਨਮਸਕਾਰ ਕੀਤੀ ਨਾ ਆ ਕੇ, ਕਹਿੰਦਾ ਨਾ ਮੈਂ ਗਲੇ ਨਹੀਂ ਲੱਗਣਾ, ਤੁਸੀਂ ਬੜੇ ਵੱਡੇ ਹੋ। ਦੋ ਅਵਸਥਾਵਾਂ ਨੇ, ਇੱਕ ਵਾਰੀ ਤੇ ਬੰਦਾ ਕੁਝ ਨਹੀਂ ਹੁੰਦਾ ਤੇ ਚਾਹੁੰਦਾ ਮੈਨੂੰ ਵੱਡੇ ਵੱਡੇ ਗਲੇ ਲਾਉਣ।
ਤਾਂ ਉਹ ਫਿਰ ਕਿਵੇਂ ਉਹਦੇ ਲਈ ਪਹੁੰਚ ਚਾਹੀਦੀ। ਵੇਖੋ ਮਹਾਰਾਜ ਤੇ ਆਪ ਕਹਿੰਦੇ ਆ, ਪਰ ਤਖਤ ਮੱਲ ਕਹਿੰਦਾ ਨਾ ਨਾ ਮੈਂ ਕਿੱਥੋਂ ਤੁਹਾਡੇ ਗਲੇ ਲੱਗ ਸਕਦਾ। ਨਿਮਰਤਾ। ਤੇ ਮਹਾਰਾਜ ਨੇ ਫਿਰ ਬਚਨ ਕਰ ਕਰ ਹੀ ਨਿਹਾਲ ਕਰਤਾ, ਤੁਹਾਡੀ ਉਮਰ ਲੰਮੀ ਹੋਵੇ, ਤੁਹਾਡਾ ਪਰਲੋਕ 'ਚ ਭਲਾ ਹੋਵੇ, ਤੁਹਾਨੂੰ ਕਿਸੇ ਚੀਜ਼ ਦੀ ਕਮੀ ਨਾ ਰਹੇ। ਸੋ ਸੱਚੇ ਪਾਤਸ਼ਾਹ ਗਰੀਬ ਨਵਾਜ ਮਿਹਰਾਂ ਕਰਨ, ਬਖਸ਼ਿਸ਼ਾਂ ਕਰਨ, ਨਾਨਕ ਮੰਗੈ ਨਾਮ ਪ੍ਰਭ ਸਾਰ। ਵਾਹਿਗੁਰੂ ਸੱਚੇ ਪਾਤਸ਼ਾਹ ਸਾਡੇ ਤੇ ਮਿਹਰਾਂ ਕਰਨ, ਬਖਸ਼ਿਸ਼ਾਂ ਕਰਨ। ਇਹਦੇ ਤੋਂ ਅੱਗੇ ਪ੍ਰਸੰਗ ਕੱਲ੍ਹ ਨੂੰ ਸਰਵਣ ਕਰਾਂਗੇ। ਆਓ ਪਿਆਰ ਨਾਲ ਸਾਰੀ ਸੰਗਤ ਜਪੋ ਵਾਹਿਗੁਰੂ ਜਪ ਵਾਹਿਗੁਰੂ ਵਾਹਿਗੁਰੂ ਜਪ ਵਾਹਿਗੁਰੂ ਵਾਹਿਗੁਰੂ ਜਪ ਵਾਹਿਗੁਰੂ ਵਾਹਿਗੁਰੂ ਜਪ 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 ਵਾਹਿਗੁਰੂ 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 ਜਪ ਵਾਹਿਗੁਰੂ ਜਪ ਵਾਹਿਗੁਰੂ ਵਾਹਿਗੁਰੂ ਜਪ ਵਾਹਿਗੁਰੂ ਵਾਹਿਗੁਰੂ ਜਪ ਵਾਹਿਗੁਰੂ। ਸੱਚੇ ਪਾਤਸ਼ਾਹ ਕਿਰਪਾ ਕਰਨ, ਬਖਸ਼ਿਸ਼ਾਂ ਕਰਨ, ਨਾਮ ਜਪਣ ਦਾ ਬਲ ਬਖਸ਼ਿਸ਼ ਕਰਨ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ, ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।